क्योंकि सुपना सौण नहीं दिंदा सुपना थक्कण नहीं दिंदा। उन्होंने एक पर्ची के उत्ते लिखा कि रणजीत इन्हां दे गीत देख लेना। वो रणजीत कौन सी? रणजीत मणि। ਤੇ ਉਹਨਾਂ ਨੇ ਬੜੇ ਕਲਾਕਾਰ ਇਸ ਇੰਡਸਟਰੀ ਨੂੰ ਦਿੱਤੇ ਨੇ, ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਮੈਨੂੰ ਪਹਿਲੀ ਵਾਰੀ ਉਹਨਾਂ ਨੇ ਜਸਵਿੰਦਰ ਭੱਲਾ ਭਾਈ ਦੇ ਬੇਟੇ ਪੁਖਰਾਜ ਦੀ ਲੋਹੜੀ ਤੇ ਸੁਣਿਆ, ਤੇ ਮੈਂ ਉਦੋਂ ਉੱਥੇ ਗਾ ਰਿਹਾ ਸੀ ਪਰਿਵਾਰਕ ਫੈਮਿਲੀ ਫੰਕਸ਼ਨ ਦੇ ਵਿੱਚ। ਇਹ ਵੀ ਬੜਾ ਕਮਾਲ ਦਾ ਤਜਰਬਾ ਤੁਹਾਡਾ ਕਿ ਤੁਸੀਂ ਆਪ ਪੀਂਦੇ ਨਹੀਂ, ਤੁਹਾਨੂੰ ਪਿਉਣੀ ਪਈ। ਮੈਂ ਕਈ ਵਾਰੀ ਬਾਅਦ ਚ ਆ ਕੇ ਉਹ ਕੋਠੀ ਅਸੀਂ ਭਗਵੰਤ ਮਾਨ ਦੇ ਵਾਸਤੇ ਖਰੀਦੀ ਵੀ ਸੀ, ਮਤਲਬ ਕਿਸੇ ਬਾਹਲੇ ਚੰਗੇ ਨਾਲ ਨਹੀਂ ਪਿਆ। ਮਤਲਬ ਮੈਂ ਜਦੋਂ ਉੱਥੇ ਗਿਆ ਤਾਂ ਜਲੀਲ ਹੋ ਕੇ ਆਉਂਦਾ ਰਿਹਾ। ਤੇ ਜੇ ਉੱਥੇ ਉਹ ਬੰਦੇ ਗਾਣੇ ਵੀ ਤੁਹਾਡੇ ਸੁਣਨਗੇ, ਉਹ ਬੰਦੇ ਤੁਹਾਡੇ ਕਾਪੀ ਵੀ ਰੱਖ ਲੈਣਗੇ, ਤੇ ਉਹ ਬੰਦੇ ਹੋ ਸਕਦਾ ਕਲਾਕਾਰ ਤੱਕ ਕਾਪੀ ਵੀ ਨਾ ਪਹੁੰਚਾਉਣ। ਜਿਹੜੇ ਗਾਣਿਆਂ ਦੀ ਮੈਂ ਗੱਲ ਕਰ ਰਿਹਾ ਇਸ ਟਾਈਮ ਤੇ ਵੱਡੀ ਗੱਲ, ਇਹ 5 ਗਾਣੇ, ਇੱਕ ਸਾਡੀ ਕੈਸਟ ਆਈ ਯਾਰਾਂ ਦੀ ਕੁੱਲੀ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ 'ਚ CMC ਕੰਪਨੀ 'ਚ, ਉਹ 'ਚ 5 ਗਾਣੇ ਰਿਕਾਰਡ ਹੋਏ। ਜਨਾਬ ਮੁਹੰਮਦ ਸਦੀਕ ਸਾਹਿਬ ਦਾ ਘਮਾਣ ਸਾਹਿਬ ਦੇ ਸਿਰ ਤੇ ਬਹੁਤ ਵੱਡਾ ਹੱਥ ਰਿਹਾ ਹੈ। ਉਹਨਾਂ ਨੇ ਬਹੁਤ ਬੁਲੰਦੀਆਂ ਨੂੰ ਛੋਹਿਆ ਹੈ। ਡਿਜੀਟਲ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਰੰਗ ਦੱਸੇ ਆ ਵੀ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ, ਕਿੰਨੀ ਕਮਾਈ ਕੀਤੀ, ਕਿਵੇਂ ਇਸ ਥਾਂ ਤੇ ਪਹੁੰਚੇ। ਵੱਡੇ ਵੱਡੇ ਆਰਟਿਸਟ ਗੁਰਦਾਸ ਮਾਨ ਵਰਗੇ ਵੱਡੇ ਵੱਡੇ ਜਿਹੜੇ ਇਹ ਸੋਚਦੇ ਹੁੰਦੇ ਨੇ ਕਿ ਸ਼ਾਇਦ ਘਮਾਣ ਸਾਹਿਬ ਸਾਡਾ ਫੋਨ ਚੱਕ ਲੈਣ, ਔਰ ਮੈਨੂੰ ਫੋਨ ਆ ਗਿਆ, ਔਰ ਫੋਨ ਆ ਕੇ ਉਹ ਕੀ ਕਰ ਰਿਹਾ ਤੂੰ? ਮੈਂ ਕਿਹਾ ਭਾਜੀ ਮੈਂ ਤਾਂ ਹਜੇ ਐਂ ਕਰ ਰਿਹਾ ਸੀ। ਕਹਿੰਦੇ ਬਸ ਤੂੰ ਅਗਰ ਕੱਲ੍ਹ ਨੂੰ ਚੰਡੀਗੜ੍ਹ ਆ ਜਾ, ਕੁਛ ਕਰਦੇ ਆ ਨਵਾਂ। ਕਿਉਂਕਿ ਉੱਥੇ ਵੀ ਮਜ਼ਾਕ ਹੀ ਉੱਡਣਾ ਹੁੰਦਾ, ਚਾਹੇ ਉਹ ਰਣਜੀਤ ਨੇ ਉਡਾਇਆ ਹੋਊਗਾ, ਨਾਲ ਬੈਠੇ ਕਿਸੇ ਸੱਜਣ ਨੇ ਉਡਾਇਆ ਹੋਊਗਾ, ਮੇਰੇ ਸਮਕਾਲੀ ਨੇ ਉਡਾਇਆ ਹੋਊਗਾ, ਮੇਰੇ ਗਰਾਈਆਂ ਨੇ ਉਡਾਇਆ ਹੋਊਗਾ। ਮਜ਼ਾਕ ਹੀ ਉੱਡਣਾ ਹੁੰਦਾ। ਗੀਤਕਾਰ ਦਾ ਮਜ਼ਾਕ ਉੱਡਣਾ ਹੀ ਉਹਦੀ ਕਿਸਮਤ 'ਚ ਲਿਖਿਆ ਹੋਇਆ ਲੱਗਦਾ ਮੈਨੂੰ। ਤੇ ਹਮੇਸ਼ਾ ਇਹੀ ਸੋਚਦਾ ਕਿ ਭਾਜੀ ਇਹ ਜਿਹੜੇ ਸਾਹ ਨੇ ਟਾਟਾ ਬੈਨੀਪਾਲ ਦੇ, ਤੁਹਾਡੇ ਪੁੱਤ ਦੇ, ਇਹ ਤੁਹਾਡੇ ਬਖਸ਼ੇ ਹੋਏ ਨੇ ਜੀ। ਮਤਲਬ ਜੇ ਸਹੀ ਮੈਨੇ 'ਚ ਤੁਸੀਂ ਗੁਰੂ ਦੀ ਗੱਲ ਕੀਤੀ, ਗੀਤਕਾਰੀ ਦਾ ਮਤਲਬ ਗੁਰੂ ਦਾ ਦਰਜਾ ਵੀ ਜੇ ਮੈਂ ਮੁਹੰਮਦ ਸਦੀਕ ਸਾਹਿਬ ਨੂੰ ਦੇ ਦੇਵਾਂ ਤਾਂ ਕੋਈ ਮਤਲਬ ਅਤਕਥਨੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਮੇਨ ਹੁੱਕ ਲਾਈਨ ਹੁੰਦੀ ਹੈ ਇਹਦੀ ਵੈਲਿਊ ਹੈ, ਇਹਨੂੰ ਇਸ ਤਰੀਕੇ ਨਾਲ ਇੱਦਾਂ ਲਿਖਣਾ ਚਾਹੀਦਾ ਕਿ ਲੋਕਾਂ ਦੇ ਕੰਨਾਂ 'ਚ ਵੱਜੇ। ਨਾ ਸੁਣੇ ਹੁੰਦੇ ਆ ਤਾਂ ਇਹਨਾਂ ਨੂੰ ਕੁੱਤਾ ਮਾਰਕਾ ਕੰਪਨੀ ਕਹਿਣੀ ਆਉਂਦੀ, HMV ਨਹੀਂ ਆਉਂਦੀ। ਤੇ ਉਹ ਆਰਟਿਸਟ ਜਿਹੜੇ ਇੱਦਾਂ ਦੇ ਮਤਲਬ ਕੁੱਤਾ ਮਾਰਕ ਵਾਲੇ ਵੀ ਮੰਗਦੇ ਆ, ਮੇਰੇ ਤੋਂ ਫਲਾਣੇ ਵੀ ਮੰਗਦੇ ਆ, ਤੇ ਉਹ ਕੰਪਨੀਆਂ ਦੇ ਨਾਂ ਤੱਕ ਉਹਨਾਂ ਨੂੰ ਪੂਰੇ ਯਾਦ ਨਹੀਂ ਹੋਣੇ। ਉਹਨਾਂ ਨੇ ਵੀ ਗੀਤਕਾਰਾਂ ਨੂੰ ਆਪਣੇ ਤਰੀਕੇ ਨਾਲ ਸ਼ੋਸ਼ਣ ਕਰਨਾ ਕਹਿ ਲਓ ਜਾਂ ਐਂਟਰਟੇਨ ਕਰਨਾ ਕਹਿ ਲਓ। 4000 ਰੁਪਇਆ ਗਾਣਾ ਲੱਗੂਗਾ। ਜੇ ਘਮਾਣ ਸਾਹਿਬ ਨਾ ਹੁੰਦੇ, ਮੈਨੂੰ ਭੱਲਾ ਭਾਈ ਦੇ ਘਰੇ ਨਾ ਸੁਣਦੇ, ਮੈਨੂੰ ਮਾਰਕੀਟ 'ਚ ਲਾਂਚ ਨਾ ਕਰਦੇ, ਤਾਂ ਹੋ ਸਕਦਾ ਸੁਖਵਿੰਦਰ ਸੁਖੀ ਵੀ ਨਾ ਹੁੰਦਾ। ना मैं ज्ञानी ना मैं ध्यानी ना मैं बहुत सियाणा, ना मैं ज्ञानी ना मैं ध्यानी ना मैं बहुत सियाणा। जदों मैं पिंडों तुरिया लोको मैं सा बहुत न्याणा। जदों मैं पिंडों तुरिया लोको मैं सा बहुत न्याणा। ना मैं ज्ञानी मैं बेमत हाँ फिर लोकां नू मैं की देवां मत्तां। माली उतर जे जा तंद टुट जे जदों चरखड़ा कत्तां। माली उतर जे जा तंद टुट जे जदों चरखड़ा कत्तां। गुंजलदार गलोटे जिंदगी उलझे ताना बाणा। जदों मैं पिंडों तुरिया लोको मैं सा बहुत न्याणा। ना मैं ज्ञानी ना मैं ध्यानी ना मैं बहुत सियाणा। जदों मैं पिंडों तुरिया लोको मैं सा बहुत न्याणा। ना मैं ज्ञानी। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਿੰਦਰ ਡਾਬਾਲੀ। ਅੱਜ ਆਪਾਂ ਗੱਲ ਕਰਾਂਗੇ ਮੇਰੇ ਵੀਰ ਸਤਿਕਾਰਯੋਗ ਜਰਨੈਲ ਘਮਾਣ ਸਾਹਿਬ ਬਾਰੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਇੱਕ ਡਿਜੀਟਲ ਕਿਤਾਬ ਰਿਲੀਜ਼ ਕੀਤੀ ਹੈ, ਜਦੋਂ ਮੈਂ ਪਿੰਡੋਂ ਤੁਰਿਆ। ਘਮਾਣ ਸਾਹਿਬ ਦਾ ਸੰਘਰਸ਼ ਬਹੁਤ ਵੱਡਾ ਹੈ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਸਫਲਤਾ ਉਸ ਤੋਂ ਵੀ ਵੱਡੀ ਦਿੱਤੀ ਹੈ। ਉਹਨਾਂ ਦੀਆਂ ਬਹੁਤ ਪ੍ਰਾਪਤੀਆਂ ਨੇ, ਜਿਵੇਂ ਪੰਜਾਬ ਦੇ CM ਸਾਹਿਬ ਜਨਾਬ ਭਗਵੰਤ ਮਾਨ ਸਾਹਿਬ, ਕਰਨਜੀਤ ਅਨਮੋਲ, ਹਰਭਜਨ ਸ਼ੇਰਾ, ਰਣਜੀਤ ਮਣੀ, ਪ੍ਰੀਤ ਹਰਪਾਲ ਤੇ ਸੁਖਵਿੰਦਰ ਸੁਖੀ,
ਬਹੁਤ ਸਾਰੇ ਉਹਦੇ ਪੁਰਾਣੇ ਜਿਹੜੇ ਸਾਥੀ ਹੈ ਉਹਨਾਂ ਦਾ ਬਹੁਤ ਸਾਥ ਰਿਹਾ ਸ਼ਿੰਗਾਰਾ ਚਹਿਲ ਹੋਣਾ ਦਾ, ਪਰ ਜਨਾਬ ਮੁਹੰਮਦ ਸਦੀਕ ਸਾਹਿਬ ਦਾ ਘਮਾਣ ਸਾਹਿਬ ਦੇ ਸਿਰ ਤੇ ਬਹੁਤ ਵੱਡਾ ਹੱਥ ਰਿਹਾ ਹੈ। ਉਹਨਾਂ ਨੇ ਬਹੁਤ ਬੁਲੰਦੀਆਂ ਨੂੰ ਛੋਹਿਆ ਹੈ। ਜਿਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਰੰਗ ਦੱਸੇ ਆ ਵੀ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ, ਕਿੰਨੀ ਕਮਾਈ ਕੀਤੀ, ਕਿਵੇਂ ਇਸ ਥਾਂ ਤੇ ਪਹੁੰਚੇ। ਤੇ ਮੈਨੂੰ ਉਮੀਦ ਹੈ ਵੀ ਉਹ ਫਿਰ ਤੋਂ ਸਰਗਰਮ ਹੋ ਰਹੇ ਨੇ ਤੇ ਉਹ ਬਹੁਤ ਕਲਾਕਾਰਾਂ ਨੂੰ ਮੌਕਾ ਦੇਣਗੇ, ਨਵੇਂ ਗੀਤਕਾਰਾਂ ਨੂੰ, ਕਲਾਕਾਰਾਂ ਨੂੰ। ਤੇ ਮੇਰੀ ਪ੍ਰਮਾਤਮਾ ਅੱਗੇ ਦੁਆ ਹੈ ਮੇਰੇ ਇਸ ਵੀਰ ਦੀ ਹਮੇਸ਼ਾ ਚੜ੍ਹਦੀ ਕਲਾ ਰੱਖੇ। ਸੁਪਨਿਆਂ ਦੇ ਬਾਰੇ ਜੇ ਡਾਕਟਰ APJ ਅਬਦੁਲ ਕਲਾਮ ਦੀ ਗੱਲ ਨੂੰ ਪੜ੍ਹਿਆ ਜਾਵੇ, ਕਿਉਂਕਿ ਸਾਡੇ ਤਾਂ ਗੁਰੂ ਉਹੇ ਜਿਹੇ ਲੋਕ ਹੈ, ਤਾਂ ਫਿਰ ਉਹ ਕਹਿੰਦਾ ਕਿ ਸੁਪਨਾ ਉਹ ਹੈ ਜਿਹੜਾ ਤੁਹਾਨੂੰ ਸੌਣ ਨਹੀਂ ਦਿੰਦਾ। ਤੇ ਦੂਜੇ ਪਾਸੇ ਇਹ ਵੀ ਹੈ ਕਿ ਜਦੋਂ ਸੁਪਨੇ ਦਿਖਾਏ ਜਾਂਦੇ ਨੇ ਬੜਾ ਕੁਝ ਹੁੰਦਾ ਹੈ। ਸੁਪਨਿਆਂ 'ਚ ਸਬਜ਼ ਬਾਗ ਵੀ ਦਿਖਾਏ ਜਾਂਦੇ ਨੇ। ਜਦੋਂ ਸੁਪਨਿਆਂ ਦੀ ਮੰਡੀ ਜਾਓਗੇ ਤਾਂ ਮੰਡੀ 'ਚ ਤਾਂ ਵਪਾਰੀ ਵੀ ਬੈਠੇ ਹੁੰਦੇ ਆ, ਤੇ ਇਹ ਵਪਾਰੀ ਕੀ ਕੁਝ ਕਰਦੇ ਆ ਇਹਦੇ ਬਾਰੇ ਤਾਂ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਗੱਲਾਂ ਦਾ ਵਪਾਰ ਹੈ। ਉਹ ਕਹਿੰਦਾ ਠੱਗਾਂ ਦੇ ਕਿਹੜਾ ਹਾਲ ਚੱਲਦੇ, ਠੱਗੀ ਮਾਰ ਕੇ ਗੁਜ਼ਾਰਾ ਕਰਦੇ। ਲੁਧਿਆਣੇ ਦੀ ਮਿਊਜ਼ਿਕ ਇੰਡਸਟਰੀ ਜਾਂ ਸੰਗੀਤ ਮਾਰਕੀਟ ਜਾਂ ਧਿਆਨ ਸਿੰਘ ਕੰਪਲੈਕਸ ਤੇ ਉਹਦੇ ਨੇੜੇ ਤੇੜੇ ਦਾ ਇਲਾਕਾ 1980 ਤੋਂ ਬਾਅਦ ਦੇ ਵਿੱਚ ਵੱਡੇ ਪੱਧਰ ਤੇ ਵਿਕਸਿਤ ਹੋਇਆ ਇੱਕ ਗਾਇਕਾਂ ਦੀ ਮੰਡੀ ਦੇ ਰੂਪ 'ਚ। ਵੱਡੇ ਪੱਧਰ ਦੇ ਉੱਤੇ ਗਾਇਕ ਉੱਥੇ ਰਹੇ ਤੇ ਹੁਣ ਵੀ ਜੇ ਨਜ਼ਰ ਮਾਰ ਗਏ ਤਾਂ ਬੱਸ ਅੱਡੇ ਤੋਂ ਤਾਂ ਸਾਰੇ ਪਾਸੇ ਛੋਟੇ ਛੋਟੇ ਤੇ ਵੱਡੇ ਵੱਡੇ ਬੋਰਡ ਲੱਗੇ ਆ। ਕੁਲਦੀਪ ਮਾਨਕ ਤੋਂ ਸ਼ੁਰੂ ਹੋ ਜਾਓ ਤੇ ਫਿਰ ਸਿਰਾ ਨਹੀਂ ਆਉਂਦਾ। ਤੇ ਬਹੁਤ ਸਾਰੇ ਲੋਕ ਇਹ ਸੁਪਨਾ ਲੈ ਕੇ ਜਾਂਦੇ ਆ। ਪਿੰਡ ਬੈਠਾ ਕੋਈ ਮੇਰੇ ਵਰਗਾ, ਕੋਈ ਜਰਨੈਲ ਘਮਾਣ ਵਰਗਾ, ਕੋਈ ਹੋਰ ਗੀਤ ਲਿਖਦਾ, ਆਪਦੇ ਪਿੰਡ ਦਾ ਨਾਂ ਠੋਕ ਕੇ ਵਿੱਚ ਪਾਉਂਦਾ। ਉਹਨੂੰ ਲੱਗਦਾ ਫਲਾਣੇ ਗਾਇਕ ਦੇ ਦਫ਼ਤਰ ਜਾਵਾਂਗੇ ਨਾ, ਗੀਤ ਉਹਦੇ ਤੱਕ ਪਹੁੰਚਦਾ ਕਰਤਾ ਤੇ ਇਹ ਗਾਇਆ ਗਿਆ, ਆਪਾਂ ਹਿੱਟ ਹੋ ਜਾਣਾ। ਫਿਰ ਬੜਾ ਕੁਛ ਹੋਰ ਸੋਚਿਆ ਹੁੰਦਾ ਕਿਉਂਕਿ ਸੁਪਨਾ ਹੁੰਦਾ। ਪਰ ਸੁਪਨਿਆਂ ਦੀ ਮੰਡੀ 'ਚ ਕੀ ਹੁੰਦਾ ਇਹਦੇ ਗਵਾਹ ਨੇ ਜਰਨੈਲ ਘਮਾਣ ਬਾਈ ਹੋਰਾਂ ਤੋਂ ਜਾਣਦੇ ਹਾਂ ਅਗਲੀ ਗੱਲਬਾਤ। ਸੁਪਨਿਆਂ ਦੀ ਮੰਡੀ ਕਿਵੇਂ ਰਹੀ ਜੀ? ਸੁਪਨਿਆਂ ਦੀ ਮੰਡੀ ਬਾਰੇ ਜਿੱਦਾਂ ਆਪਾਂ ਸੁਣਦੇ ਆਏ ਹਾਂ ਉਹੀ ਹੈ। ਦੇਖੋ ਜਿਸ ਜਗ੍ਹਾ ਦਾ ਜਿੱਦਾਂ ਦਾ ਹੁਲੀਆ ਬਣਿਆ ਹੋਇਆ, ਜਿੱਦਾਂ ਦਾ ਮਾਹੌਲ ਬਣਿਆ ਹੋਇਆ, ਇਹ ਤਾਂ ਹੈ ਨਹੀਂ ਕਿ ਮੇਰੇ ਵਾਸਤੇ ਕੋਈ ਅਲੱਗ ਤੋਂ ਫੁੱਲ ਵਿਛੇ ਹੋਏ ਸੀ ਉੱਥੇ ਕਿ ਮੈਂ ਜਾਊਂਗਾ ਜੀ ਉੱਥੇ ਮੈਨੂੰ ਬਹੁਤ ਹੀ ਜਾ ਕੇ ਗੁਲਦਸਤੇ ਦੇਣ ਵਾਸਤੇ ਬੱਸ ਅੱਡੇ ਉਤਰੂੰਗਾ, ਸੈਕਟਰੀ ਖੜ੍ਹੇ ਹੋਣਗੇ ਜਾਂ ਕਲਾਕਾਰਾਂ ਦੇ ਨਾਲ ਰਹਿਣ ਵਾਲੇ ਸਜਿੰਦੇ ਖੜ੍ਹੇ ਹੋਣਗੇ ਜਾਂ ਹੋਰ ਲੋਕ ਜਿਹੜੇ ਸਬਜ਼ ਬਾਗੀਏ ਲੋਕ ਨੇ ਉਹ ਖੜ੍ਹੇ ਹੋਣਗੇ ਕਿ ਆਓ ਜੀ ਤੁਹਾਡੇ ਵਾਸਤੇ ਅਸੀਂ ਪਹਿਲਾਂ ਹੀ ਤਿਆਰ ਕਰ ਰੱਖੀ ਹੈ ਗਰਾਊਂਡ, ਤੁਸੀਂ ਆਓ ਤੇ ਤੁਹਾਡੇ ਗਾਣੇ ਰਿਕਾਰਡ ਹੋ ਜਾਣਗੇ। ਜਿੱਦਾਂ ਜਿੱਦਾਂ ਹੋਰਾਂ ਨਾਲ ਵਾਪਰੀ ਮੇਰੇ ਨਾਲ ਹੋ ਸਕਦਾ ਉਹਨਾਂ ਨੂੰ ਵੱਧ ਹੀ ਵਾਪਰੀ ਹੋਵੇ, ਕਿਉਂਕਿ ਉੱਥੇ ਇੱਕ ਚੀਜ਼ ਹੈਗੀ ਹੈ ਜਿਹੜੇ ਸਬਜ਼ ਬਾਗੀਏ ਹੈਗੇ ਉਹਨਾਂ ਦਾ ਜਾਂ ਤਾਂ ਨਸ਼ਾ ਹੈ ਜਾਂ ਉਹਨਾਂ ਦੀ ਮਜਬੂਰੀ ਹੈ। ਮੈਂ ਕਦੇ ਨਾ ਕਦੇ ਇਹ ਵੀ ਦੇਖਦਾ ਕਿ ਉਹਨਾਂ ਦੀ ਸ਼ਾਇਦ ਮਜਬੂਰੀ ਹੋਵੇ ਕਿ ਉਹਨਾਂ ਨੂੰ ਇੱਦਾਂ ਦਾ ਮਾਹੌਲ ਕਰਕੇ ਉਹ ਕਈ ਚਾਹ ਦੇ ਕੱਪ ਵਾਸਤੇ ਵੀ ਸ਼ਾਇਦ ਕਿਸੇ ਗੀਤਕਾਰ ਨੂੰ ਦਾ ਸ਼ੋਸ਼ਣ ਕਰਦੇ ਹੋਣ, ਕਈ ਨਾਲ ਸਮੋਸਾ ਖਾਣ ਵਾਸਤੇ ਵੀ ਸ਼ੋਸ਼ਣ ਕਰਦੇ ਹੋਣ, ਕਈ ਫਿਰ ਜਿਹੜੇ ਥੋੜ੍ਹਾ ਜਿਹਾ ਹੋਰ ਸਟੈਂਡਰਡ ਵਾਲੇ ਹੈਗੇ ਉਹ ਕੋਈ ਸ਼ਰਾਬ ਦਾ ਪਊਆ ਅਧੀਆ ਵਾਸਤੇ ਵੀ ਕਰਦੇ ਹੋਣ। ਮਤਲਬ ਪਊਏ ਵਾਲੇ ਨੂੰ ਵੀ ਸਟੈਂਡਰਡ 'ਚ ਰੱਖਿਆ ਜਾਂਦਾ, ਉੱਥੇ ਰੱਖਿਆ ਜਾਂਦਾ ਹੋਊਗਾ ਕਿਉਂਕਿ ਉੱਥੇ ਇਹ ਗੱਲਾਂ ਸ਼ਾਇਦ ਨਾਮੀ ਕਲਾਕਾਰਾਂ ਨੂੰ ਪਤਾ ਵੀ ਨਾ ਹੋਣ, ਜੇ ਪਤਾ ਹੋਣ ਤਾਂ ਮਜ਼ਾਕ 'ਚ ਹੋਣ। ਮਤਲਬ ਇਹ ਉਹਨਾਂ ਕਲਾਕਾਰਾਂ ਦੀ ਕੁਤਾਹੀ ਨਹੀਂ ਆਪਾਂ ਕਹਿ ਸਕਦੇ। ਤੇ ਹੋ ਸਕਦਾ ਇਹ ਸਾਰਾ ਉੱਥੇ ਇੱਕ ਮਾਹੌਲ ਬਣਿਆ ਹੋਇਆ, ਉਹ ਮਾਹੌਲ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ ਉੱਥੇ ਉਹੋ ਜਿਹੇ ਲੋਕ ਹੀ ਹੋਣਗੇ। ਤਾਸ਼ ਕੁੱਟਣ ਵਾਲੇ ਲੋਕ ਤਾਸ਼ ਕੁੱਟਣ ਵੇਲੇ ਤਾਸ਼ ਵਾਲੀਆਂ ਗੱਲਾਂ ਹੀ ਕਰਨਗੇ, ਹੋਰ ਨਹੀਂ ਕਰਦੇ। ਤਾਂ ਉੱਥੇ ਦੇਖੋ ਦੇਖ ਸਾਰਾ ਇਹੋ ਜਿਹਾ ਮਾਹੌਲ ਹੁੰਦਾ। ਉਹਨਾਂ 'ਚ ਕੋਈ ਚੰਗੇ ਲੋਕ ਵੀ ਹੁੰਦੇ ਹੋਣਗੇ, ਪਰ ਮੇਰਾ ਬਾਹ ਕਿਸੇ ਬਾਹਲੇ ਚੰਗੇ ਨਾਲ ਨਹੀਂ ਪਿਆ। ਮਤਲਬ ਮੈਂ ਜਦੋਂ ਉੱਥੇ ਗਿਆ ਤਾਂ ਜਲੀਲ ਹੋ ਕੇ ਆਉਂਦਾ ਰਿਹਾ। ਤੇ ਜੇ ਅੱਜ ਆਪਾਂ ਗੱਲ ਕਰੀਏ ਜਾਂ ਉਦੋਂ ਗੱਲ ਕਰੀਏ ਜਦੋਂ ਫਿਰ ਮੈਨੂੰ ਦੁਬਾਰਾ ਫਲੈਸ਼ਬੈਕ 'ਚ ਚੱਲਦੇ ਆਪਾਂ। ਹਾਂ, ਤਾਂ ਉੱਥੇ ਅਸੀਂ ਜਾਂਦੇ ਕਿਸੇ ਵੀ ਦਫ਼ਤਰ ਦੇ ਇੱਕ ਉਮੰਗ ਲੈ ਕੇ ਜਾਂਦੇ ਕਿ ਚਲੋ ਜੀ ਅੱਜ ਆਪਾਂ ਫਲਾਣੇ ਆਰਟਿਸਟ ਦੇ ਦਫ਼ਤਰ ਦੇ ਵਿੱਚ ਜਾਵਾਂਗੇ ਤਾਂ ਉਹਨੂੰ ਗਾਣੇ ਦਿਖਾਵਾਂਗੇ, ਉੱਥੇ ਆਪਾਂ ਕਾਪੀ ਰੱਖਿਆ ਆਵਾਂਗੇ ਅਤੇ ਆਪਣੇ ਕੁਝ ਦਿਨਾਂ ਬਾਅਦ ਸਪੀਕਰਾਂ 'ਚ ਗਾਣੇ ਵੱਜਣਗੇ। ਉਹ ਮਾਹੌਲ ਨਹੀਂ ਹੁੰਦਾ ਉੱਥੇ। ਉਹ ਬੰਦੇ ਗਾਣੇ ਵੀ ਤੁਹਾਡੇ ਸੁਣਨਗੇ, ਉਹ ਬੰਦੇ ਤੁਹਾਡੇ ਕਾਪੀ ਵੀ ਰੱਖ ਲੈਣਗੇ ਅਤੇ ਉਹ ਬੰਦੇ ਹੋ ਸਕਦਾ ਕਲਾਕਾਰ ਤੱਕ ਕਾਪੀ ਵੀ ਨਾ ਪਹੁੰਚਾਉਣ, ਜਾਂ ਉਹਨਾਂ ਵਾਸਤੇ ਮਹਿਜ ਇੱਕ ਰੋਜ਼ ਆਮ ਆਉਣ ਵਾਲੀਆਂ ਰੂਟੀਨ ਦੀਆਂ ਗੱਲਾਂ ਹੈਗੀਆਂ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਜਗਤਾਰ ਨਾਲ ਬਹੁਤ ਵਾਰੀ ਅਸੀਂ ਆਪਣਾ ਕੰਬਲਾਂ ਦੀ ਬੁੱਕਲਾਂ ਮਾਰ ਕੇ ਉੱਥੇ ਜਾਣਾ, ਕਿਉਂਕਿ ਸ਼ਿੰਗਾਰਾ ਸਿੰਘ ਚਹਿਲ ਹੋਰਾਂ ਦੇ 2 ਗਾਣੇ ਰਿਕਾਰਡ ਹੋਣ ਤੋਂ ਬਾਅਦ ਇਹ ਲੱਗਣ ਲੱਗ ਗਿਆ ਕਿ ਯਾਰ ਕੁਛ ਨਾ ਕੁਛ ਤਾਂ ਹੋਊਗਾ, ਹੋਰ ਅੱਗੇ ਵਧੀਏ।
ਤਾਂ ਜਿਹੜੇ ਨਾਲ ਸਲਾਈਏ ਹੁੰਦੇ ਨੇ ਫਿਰ ਉਹ ਵੀ ਕਹਿਣ ਲੱਗ ਜਾਂਦੇ ਯਾਰ ਇਹਦੇ ਵਾਸਤੇ ਜੇ ਤੁਸੀਂ ਕਾਮਯਾਬ ਹੋਣਾ ਤੁਸੀਂ ਲੁਧਿਆਣੇ ਜਾਓ, ਲੁਧਿਆਣੇ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਤਾਂ ਅਸੀਂ ਉਹੀ ਉਦੋਂ ਪੈਸੇ ਪੂਸੇ ਇਕੱਠੇ ਕਰਕੇ 12-13 ਰੁਪਏ ਕਿਰਾਇਆ ਲੱਗਦਾ ਹੋਊਗਾ ਇੱਕ ਪਾਸੇ ਦਾ। 86-87 ਚ ਇਹ ਗੱਲ 87-88 ਦੇ ਆਸ-ਪਾਸ ਦੀ ਗੱਲ ਹੈ। ਜਾਣਾ ਆਉਣਾ ਸ਼ੁਰੂ ਕੀਤਾ ਤਾਂ ਜਾ ਕੇ ਤਾਂ ਉੱਥੇ ਤਾਂ ਹੈ ਨਹੀਂ ਕਿ ਕਿੱਥੇ ਜਾਣਾ, ਜਿਹੜਾ ਬੋਰਡ ਪੜਿਆ ਉੱਥੇ ਚੜ੍ਹ ਗਏ, ਚਾਹੇ ਉੱਥੇ ਕਿਸੇ ਦਾ ਵੀ ਹੈਗਾ। ਤਾਂ ਜਾ ਕੇ ਉੱਥੇ ਜਿਹੜੇ ਲੋਕਾਂ ਨੂੰ ਮਿਲਣਾ ਹਰ ਵਾਰੀ ਤਾਂ ਉਹੀ ਲੋਕ ਮਿਲੇ, ਹਾਂ ਬਾਈ ਜੀ। ਉਹਨਾਂ ਦਿਨਾਂ 'ਚ ਇੱਕ ਕੈਸਟ ਹਿੱਟ ਹੋਈ ਸੀ ਨਿੰਦੋ ਦਾ ਵਿਆਹ। ਨਿੰਦੋ ਦਾ ਵਿਆਹ ਭੋਲਾ ਸਿੰਘ ਰਾਹੀ ਦੀ ਸੀ। ਭੋਲਾ ਸਿੰਘ ਰਾਹੀ ਹੋਰਾਂ ਦੀ ਕੈਸਟ ਸੀ। ਹੁਣ ਇਸ ਮੰਡੀ ਦੀ ਆਪਾਂ ਇਹ ਗੱਲ ਕਰੀਏ, ਇਹ ਵਿਕਦੇ ਦੇ ਪਿੱਛੇ ਭੱਜਦੀ ਮੰਡੀ, ਸਹੀ ਨਵੀਂ ਕੁਛ ਨਹੀਂ ਕਰਦੇ। ਹੁਣ ਅਸੀਂ ਜਿਹਦੇ ਕੋਲ ਵੀ ਜਾਣਾ ਹਰੇਕ ਨੇ ਕਹਿਣਾ ਨਿੰਦੋ ਦੇ ਵਿਆਹ ਵਰਗਾ ਲੈ ਕੇ ਆਓ, ਕੁਛ ਨਿੰਦੋ ਦੇ ਵਿਆਹ ਵਰਗਾ ਲੈ ਕੇ ਆਓ। ਹੁਣ ਨਿੰਦੋ ਦਾ ਵਿਆਹ ਤਾਂ ਹੋ ਗਿਆ, ਉਹ ਤਾਂ ਦਾਜ ਦੀ ਬਲੀ ਵੀ ਚੜ ਗਈ ਸੀ, ਉਹ ਦਾਜ ਦੀ ਬਲੀ ਵੀ ਚੜ ਗਈ। ਤੇ ਹੁਣ ਉਹ ਚੀਜ਼ ਨਹੀਂ ਹੁੰਦੀ, ਪਰ ਜਿਹੜੀ ਚੀਜ਼ ਤੁਸੀਂ ਲੈ ਕੇ ਜਾਣਾ ਉੱਤੇ ਪੜੋ। ਤਾਂ ਹੁਣ ਉੱਥੇ ਕੀ ਚੱਲਦਾ, ਜਿਹੜਾ ਕਿ ਅਸੀਂ ਜਦੋਂ ਉਹਨਾਂ ਲੋਕਾਂ 'ਚ ਵਿਚਰਦੇ ਹਾਂ, ਇੱਕ ਨਸ਼ਾ ਜਿਹਾ ਸਾਨੂੰ ਵੀ ਆਉਣ ਲੱਗ ਜਾਂਦਾ, ਕਿਉਂਕਿ ਉਹਨਾਂ ਨੇ ਤੁਹਾਡੀ ਚੰਗੀ ਮਾੜੀ ਚੀਜ਼ ਨੂੰ ਵੀ ਵਧੀਆ ਕਹਿ ਦੇਣਾ ਹੁੰਦਾ, ਵਧੀਆ ਵਧੀਆ, ਕਿਆ ਬਾਤ, ਕਿਆ ਬਾਤ, ਸਿਰੇ ਲਾ ਤਾ। ਉੱਥੇ 3-4 ਘਟਨਾਵਾਂ ਇੱਦਾਂ ਦੀਆਂ ਜਿਹੜੀਆਂ ਕਿ ਹਾਸੋਹੀਣੀਆਂ ਵੀ ਹੈਗੀਆਂ ਅੱਜ, ਉਦੋਂ ਲੱਗਦੀਆਂ ਸੀ, ਕਿਉਂਕਿ ਸੁਪਨਾ ਤੁਹਾਨੂੰ ਬਹੁਤ ਦੜਾਉਂਦਾ। ਅਸੀਂ ਗਏ ਇੱਕ ਜਗ੍ਹਾ, ਇੱਕ ਵਾਰੀ ਬੱਸ ਅੱਡੇ ਉਤਰੇ ਤਾਂ ਉੱਥੇ ਇੱਕ ਸੈਕਟਰੀ ਟਾਈਪ ਬੰਦੇ, ਜਿਨ੍ਹਾਂ ਦਾ ਮੈਂ ਬਾਅਦ 'ਚ ਆ ਕੇ ਜ਼ਿਕਰ ਕੇ ਗਾਣੇ 'ਚ ਵੀ ਕੀਤਾ ਸੀ, ਉਹ ਸੈਕਟਰੀ ਟਾਈਪ ਭਾਜੀ ਹੋਰੀ ਸਾਨੂੰ ਮਿਲਦੇ ਹੁੰਦੇ ਹਰ ਵਾਰੀ। ਅਤੇ ਪਹਿਲਾਂ ਜਾ ਕੇ ਤਾਂ ਅਸੀਂ ਚਾਹ ਪੀਣੀ, ਚਾਹ ਦੇ ਨਾਲ ਉੱਥੇ ਬ੍ਰੈਡ ਜੇ ਜਾਂ ਸਮੋਸੇ ਜਾਂ ਮੱਠੀਆਂ ਖਾਂਦੇ ਹੁੰਦੇ, ਉਹਦੇ ਪੈਸੇ ਵੀ ਅਸੀਂ ਦੇਣੇ ਨਾਲ, ਉਹਨੂੰ ਪਿਉਣੀ ਅਗਲੇ ਨੂੰ, ਉਹ ਤਾਂ ਪੀਣੀ ਪੀਣੀ, ਕਿਉਂਕਿ ਉਹ ਤਾਂ ਉਹਨਾਂ ਦਾ ਕੰਮ ਹੈ। ਉਹ ਕਈ ਵਾਰੀ ਆਪ ਆਰਡਰ ਦੇ ਕੇ ਮੰਗਾ ਲੈਣੇ, ਪੈਸੇ ਫਿਰ ਤੁਸੀਂ ਦੇਣੇ ਹੁੰਦੇ। ਮਤਲਬ ਇਹ ਕੰਮ ਹੁੰਦਾ ਸੀ। ਇਹ ਲੋ ਕੈਟਾਗਰੀ ਦੇ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ, ਵੱਡੇ ਨਹੀਂ ਕਰਦੇ ਹੋਣਗੇ ਇੱਦਾਂ। ਅਤੇ ਉੱਥੇ ਅਸੀਂ ਗਏ ਤਾਂ ਹਾਂ ਬਾਈ ਜੀ ਫਿਰ ਗਾਣੇ ਲਓ, ਆਪਾਂ ਗਾਣੇ ਤੁਹਾਡੇ, ਇੱਕ ਨਾ ਗਾਇਕਾ ਹੈਗੀ ਹੈ ਇੱਧਰ ਜਮਾਲਪੁਰ, ਅਤੇ ਉਹਨੂੰ ਗਾਣੇ ਚਾਹੀਦੇ, ਆਪਾਂ ਚੱਲਦੇ ਹਾਂ ਉੱਥੇ, ਚਲੋ। ਹੁਣ ਉੱਥੋਂ ਤੁਸੀਂ ਜਮਾਲਪੁਰ ਦਾ ਆਟੋ ਬੁੱਕ ਕਰਾਓ, 20 ਰੁਪਏ ਜਾਂ 30 ਰੁਪਏ ਜਾਂ 28 ਰੁਪਏ 27 ਰੁਪਏ ਜਿੰਨੇ ਦਾ ਵੀ ਹੁੰਦਾ, ਆਟੋ ਬੁੱਕ ਕਰਾਇਆ। ਕਈ ਵਾਰੀ ਆਟੋ ਆਉਣ ਜਾਣ ਦਾ ਬੁੱਕ ਹੁੰਦਾ ਸੀ ਕਿ ਆਉਣ ਜਾਣ ਦਾ ਬੁੱਕ ਕਰ ਲਓ, ਵਾਪਸ ਤਾਂ ਆਉਣਾ ਹੀ ਹੈ। ਅਤੇ ਤੁਸੀਂ ਆਟੋ 'ਚ ਗਏ, ਤੁਸੀਂ ਇੱਕ ਪੂਰੀ ਆਪਦੀ ਉਡਾਨ ਭਰ ਰਹੇ ਹੋ ਕਿ ਮੈਂ ਜਾ ਰਿਹਾ ਜੀ, ਆਪਦੇ ਗਾਣੇ ਦਿਖਾਊਂਗਾ ਕਿਸੇ ਆਰਟਿਸਟ ਨੂੰ, ਤਾਂ ਮੇਰੇ ਗਾਣੇ ਰਿਕਾਰਡ ਹੋਣ। ਤਾਂ ਮੈਂ ਆਰਟਿਸਟ ਦੇ ਘਰੇ ਚੱਲਿਆ, ਇਹ ਮੈਨੂੰ ਲੈ ਕੇ ਚੱਲਿਆ ਮੇਰਾ ਭਾਈ, ਜਿਹਨੂੰ ਮੈਂ 10 ਵਾਰੀ ਸਮੋਸੇ ਖਵਾਏ, ਤਾਂ ਹੁਣ ਮੇਰੇ ਉਹ ਸਮੋਸੇ ਕੰਮ ਆਉਣ ਲੱਗ ਗਏ। ਤਾਂ ਉਹ ਜਾ ਕੇ ਉਹਨਾਂ ਨੇ ਬੰਦਿਆਂ ਨੇ ਕੁੰਡਾ ਖਿਲਾਉਣਾ, ਬੈਲ ਮਾਰਨੀ ਕਿਸ ਤਰੀਕੇ ਵੀ, ਤਾਂ ਕਈ ਵਾਰੀ ਅਗਲੇ ਨੂੰ ਪਤਾ ਵੀ ਨਹੀਂ ਹੋਣਾ ਕਿ ਕਿਸੇ ਨੇ ਆਉਣਾ, ਕਿਉਂਕਿ ਉਦੋਂ ਮੋਬਾਈਲ ਨਹੀਂ ਸੀਗੇ, ਲੈਂਡਲਾਈਨ ਨੰਬਰ ਵੀ ਬਹੁਤ ਘੱਟ ਲੋਕਾਂ ਦੇ ਹੋਣਗੇ, ਕਿਉਂਕਿ ਨਾਮੀ ਕਲਾਕਾਰਾਂ ਕੋਲੇ ਹੋਣਗੇ। ਤਾਂ ਗਏ ਤਾਂ ਜਾ ਕੇ ਉਹਨਾਂ ਨੇ ਆਪਦੀ ਕੋਈ ਕੁਸਮੁਸ ਕਾਨਾਫੂਸੀ ਕਰਨੀ, ਤਾਂ ਉੱਥੇ ਜਾ ਕੇ ਬੈਠ ਕੇ ਗਾਣੇ ਗੁਣਿਆਂ ਦੀ ਗੱਲ ਚੱਲਣੀ। ਤਾਂ ਅਸੀਂ ਜਦੋਂ ਉਸ ਜਮਾਲਪੁਰ ਗਏ ਤਾਂ ਪਹਿਲੀ ਗੱਲ ਤਾਂ ਉਹ ਕੋਈ ਸਤਿਕਾਰਤ ਸੀ ਆਰਟਿਸਟ, ਸੁੱਤੇ ਉੱਠੇ ਉਵਾਸੀਆਂ ਲੈਂਦੇ ਉਹਨਾਂ ਨੇ ਗੇਟ ਖੋਲ੍ਹਿਆ, 2-3 ਵਾਰੀ ਕੁੰਡਾ ਖੜਕਾਏ ਤੋਂ ਬਾਅਦ ਗੇਟ ਖੋਲ੍ਹਿਆ। ਤਾਂ ਚਲੋ ਫਿਰ ਵੀ ਕੋਈ ਗੱਲ ਨਹੀਂ, ਬੰਦਾ ਵੇਲੇ ਕਿ ਵੇਲੇ, ਮੇਰੇ ਵਰਗਾ ਬੰਦਾ ਸੋਚਦਾ ਕਿ ਖਾੜਾ ਲਾ ਕੇ ਰਾਤ ਲੇਟ ਆਏ ਹੋਣਗੇ। ਤਾਂ ਜਦੋਂ ਉਹ ਅਸੀਂ ਗਾਣੇ ਦਿਖਾਉਣ ਦੀ ਗੱਲ ਕਰੀ ਤਾਂ ਹਾਂ ਤੁਸੀਂ ਦੇਖ ਲਏ, ਇਹਨੇ ਦੇਖ ਲਏ ਕੋਈ, ਮਤਲਬ ਕਲਪਨ ਨਾਮ ਰਾਜੂ ਨਾਂ ਲੈ ਲੈਣੇ, ਕਾਲਪਨਿਕ। ਤਾਂ ਰਾਜੂ ਨੇ ਦੇਖ ਲਏ, ਮੈਂ ਦੇਖ ਲਏ, ਹੈ ਨਾ। ਅਤੇ ਉੱਥੇ ਕੋਈ ਪਾਣੀ ਨਹੀਂ, ਕੋਈ ਚਾਹ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਉਹਨਾਂ ਦਾ ਹੋ ਸਕਦਾ ਇੱਦਾਂ ਦਾ ਕੋਈ ਵਿਵਹਾਰ ਹੀ ਨਾ ਹੋਵੇ ਜਾਂ ਮਾਹੌਲ ਹੀ ਨਾ ਹੋਵੇ, ਆਪਾਂ ਹੀ ਨਹੀਂ ਕਹਿੰਦੇ ਕਿਉਂ ਨਹੀਂ। ਪਰ ਉੱਥੇ ਜਦੋਂ ਤੁਸੀਂ ਗਾਣਿਆਂ ਦੀ ਗੱਲ ਕਰਦੇ ਹੋ, ਗਾਣੇ ਨਹੀਂ ਸੁਣਨੇ, ਤਾਂ ਅਗਲੀ ਗੱਲ 'ਤੇ ਗੱਲ ਕੀ ਆਉਂਦੀ ਕਿ ਜੀ ਮੈਨੂੰ ਫਲਾਣੀ ਕੰਪਨੀ ਵਾਲੇ ਮੰਗੀ ਜਾਂਦੇ, ਵੱਡੀਆਂ ਕੰਪਨੀਆਂ ਦੇ ਨਾਂ ਲੈਣੇ ਜਿਹੜੇ ਤੁਸੀਂ ਨਾ ਸੁਣੇ ਹੁੰਦੇ ਆ। ਤਾਂ ਇਹਨਾਂ ਨੂੰ ਕੁੱਤਾ ਮਾਰਕਾ ਕੰਪਨੀ ਕਹਿਣੀ ਆਉਂਦੀ, HMB ਨਹੀਂ ਆਉਂਦੀ। ਅਤੇ ਉਹ ਆਰਟਿਸਟ ਜਿਹੜੇ ਇੱਦਾਂ ਦੇ, ਮਤਲਬ ਕੁੱਤਾ ਮਾਰਕਾ ਵਾਲੇ ਵੀ ਮੰਗਦੇ ਆ ਮੇਰੇ ਤੋਂ, ਫਲਾਣੇ ਵੀ ਮੰਗਦੇ ਆ, ਅਤੇ ਉਹ ਕੰਪਨੀਆਂ ਦੇ ਨਾਂ ਤੱਕ ਉਹਨਾਂ ਨੂੰ ਪੂਰੇ ਯਾਦ ਨਹੀਂ ਹੋਣੇ। ਉਹਨਾਂ ਨੇ ਵੀ ਗੀਤਕਾਰਾਂ ਨੂੰ ਆਪਣੇ ਤਰੀਕੇ ਨਾਲ ਸ਼ੋਸ਼ਣ ਕਰਨਾ ਕਹਿ ਲਓ ਜਾਂ ਐਂਟਰਟੇਨ ਕਰਨਾ ਕਹਿ ਲਓ। ਸਵਾਰਥ ਕੀ ਹੈ, ਆਪਾਂ ਉਸ ਗੱਲ 'ਤੇ ਆਈਏ ਕਿ ਉਦੋਂ ਅਗਲੀ ਗੱਲ ਹੁੰਦੀ ਹੈ ਕਿ ਵੀ ਗੀਤਾਂ ਦੇ ਉੱਤੇ ਜਿੰਨਾ ਕੁ ਪੈਸਾ ਲੱਗਦਾ ਉਹ ਤਾਂ ਲਾਉਣਾ ਹੀ ਪਊਗਾ। ਉੱਥੇ ਅਸੀਂ ਰਿਕਾਰਡਿੰਗ 'ਤੇ ਪੈਸਾ ਨਹੀਂ ਲਾਉਣਾ ਭਾਅ ਜੀ, ਉੱਥੇ ਮੈਨੇਜਰਾਂ ਨੂੰ ਪੈਸੇ ਖਵਾਉਣੇ ਪੈਂਦੇ ਭਾਅ ਜੀ, ਕੋਈ ਤੁਹਾਨੂੰ ਇੰਨਾ ਕੁ ਤਾਂ ਦੇਣਾ ਪਊਗਾ। ਅਤੇ ਜੇ ਤੁਸੀਂ ਇੱਕ ਗਾਣਾ ਰਿਕਾਰਡ ਕਰਨਾ, 2 ਗਾਣੇ ਰਿਕਾਰਡ ਕਰਾਉਣੇ, 2 ਗਾਣੇ ਰਿਕਾਰਡ, ਅਗਲਾ ਤਾਂ ਚਾਹੂਗਾ, ਵੱਧ ਚਾਹੂਗਾ ਮੇਰੇ ਵਰਗਾ ਤਾਂ, ਕਿ ਹਾਂ ਜਿਹੜੇ ਗਾਣੇ ਨੇ ਰਾਜੂ ਨੇ ਪਸੰਦ ਕੀਤੇ ਨੇ 2 ਗਾਣੇ, ਕੋਈ ਵੀ 4000 ਰੁਪਇਆ ਗਾਣਾ ਲੱਗੂਗਾ। ਤਾਂ 4000 ਰੁਪਏ ਗਾਣਾ ਜਿਹੜਾ ਬੰਦਾ 30 ਰੁਪਏ 20 ਰੁਪਏ ਦਿਹਾੜੀ ਦਿੰਦਾ ਤਾਂ ਉਹ ਕਮਾਉਂਦਾ, ਤਾਂ ਉਹ ਬੰਦਾ ਤਾਂ ਕੀ ਕਹੂਗਾ 4000 ਰੁਪਏ ਗਾਣਾ, ਉਹ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਜੂਗੀ। ਪਰ ਲੱਗਦਾ ਕਿ ਨਹੀਂ ਯਾਰ ਇਸ ਬਹਾਨੇ ਕੁਛ ਹੋ ਜਾਵੇ, ਸੱਚੀ ਝੂਠੀ ਹਾਮੀ ਦੇ ਕੇ, ਸੱਚਾ ਝੂਠਾ ਹੰਗਾਰਾ ਭਰ ਕੇ ਤੁਸੀਂ ਉੱਥੋਂ ਨਿਕਲਦੇ ਹੋ।
ਪਹਿਲੀ ਗੱਲ ਤਾਂ ਕਿ ਤੁਹਾਨੂੰ ਉਤਸ਼ਾਹਤ ਕਰਨ ਦੀ ਬਜਾਏ ਤੁਹਾਨੂੰ ਇੱਕ ਡਰਾਇਆ ਗਿਆ ਕਿ ਇਸ ਮੰਡੀ 'ਚ ਤੁਸੀਂ ਦੁਬਾਰੇ ਨਾ ਆਓ, ਇੱਥੇ 4-4 ਹਜ਼ਾਰ ਕਰਦੇ ਕਰਦੇ ਤੁਸੀਂ ਕਿੰਨੇ ਹਜ਼ਾਰ ਗਾਲ ਲਓਗੇ। ਦੂਜੀ ਗੱਲ, ਉਸ ਬੰਦੇ ਦਾ ਸਵਾਰਥ, ਜਿੱਥੇ ਤੱਕ ਮੈਂ ਇਹ ਚੀਜ਼ਾਂ ਨੂੰ ਹੁਣ ਆ ਕੇ ਸਿੱਖਿਆ ਬਾਅਦ 'ਚ, ਕਿ ਉਸ ਬੰਦੇ ਨੇ ਉੱਥੇ ਜਾਣਾ ਸੀ, ਉਹਨੇ ਆਟੋ ਦਾ ਕਿਰਾਇਆ ਸਾਤੋਂ ਕੱਢਣਾ ਸੀ ਤੇ ਉਹਨੇ ਮੁੜ ਕੇ ਸਾਡੇ ਨਾਲ ਉੱਥੇ ਤੱਕ ਨਹੀਂ ਆਉਣਾ ਸੀ, ਕਿਉਂਕਿ ਜਦੋਂ ਅਸੀਂ ਉੱਥੋਂ ਵਾਪਸ ਆਏ ਤਾਂ ਉਹਨੇ ਕਿਹਾ ਕਿ ਠੀਕ ਹੈ ਭਾਜੀ ਫਿਰ ਮੈਂ ਆ ਜਾਊਂਗਾ, ਤੁਸੀਂ ਚੱਲੋ, ਹੈ ਨਾ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਗੀਤਕਾਰਾਂ ਦਾ ਇੱਕ ਆਟੋ ਦੇ ਕਿਰਾਏ ਤੱਕ ਦਾ ਵੀ ਸ਼ੋਸ਼ਣ ਕਰਨ ਤੱਕ ਦੀ ਪਰਵਾਹ ਨਹੀਂ ਕਰਦੇ ਉਹ ਲੋਕ, ਜਿਹੜੇ ਕਿ ਉਦੋਂ ਹੁੰਦੇ ਸੀਗੇ। ਹੁਣ ਇੰਡਸਟਰੀ ਬਹੁਤ ਬਦਲੀ ਹੋਈ ਆ। ਹੁਣ ਤਾਂ ਅੱਧੇ ਦਫ਼ਤਰ ਵੀ ਬੰਦ ਹੋ ਗਏ ਨਾ ਜੀ। ਫਿਰ ਦਫ਼ਤਰ ਵੀ ਬੰਦ ਹੋ ਗਏ, ਹੁਣ ਲੋਕ ਵੀ ਬਦਲ ਗਏ, ਕਿਉਂਕਿ ਹੁਣ ਕਮਾਈਆਂ ਵੀ ਚੰਗੀਆਂ ਹੋਣ ਲੱਗ ਸੈਕੰਡ ਇਹ ਵੀ ਹੋ ਗਿਆ ਕਿ ਗਾਇਕਾਂ ਦੇ ਨੰਬਰ ਆ ਗਏ, ਮੈਨੂੰ ਲੱਗਦਾ ਸਿੱਧੇ ਸਿੱਧੇ, ਹਾਂ ਹੋ ਜਾਂਦਾ। ਸਿੱਧੇ ਆ ਗਏ, ਅੱਜ ਕੱਲ੍ਹ ਏਜੰਸੀਆਂ ਆ ਗਈਆਂ। ਤੇ ਇਦਾਂ ਹੀ ਅਸੀਂ ਉੱਥੋਂ ਹੁਣ 4000 ਵਾਲੇ ਗੀਤ ਤਾਂ ਕਿਹਨੇ ਹੋਣੇ ਸੀ, ਕੀ ਹੋਣੇ ਸੀ, ਜੇ ਹੋ ਜਾਂਦੇ ਮਤਲਬ 4000 ਦਿੱਤਾ ਜਾਂਦਾ, ਗੀਤ ਹੁੰਦੇ ਨਾ ਹੁੰਦੇ ਤਾਂ ਉਹ 4000 ਮਤਲਬ ਕਿਸੇ ਹੋ ਸਕਦਾ ਫਲੈਟ ਦਾ ਕਿਰਾਇਆ ਜਾਂ ਕੁਝ ਵੀ ਚੀਜ਼ਾਂ ਰਹਿੰਦੀਆਂ ਹੋਣਗੀਆਂ, ਉਹ ਕੁਝ ਪੂਰੀਆਂ ਹੁੰਦੀਆਂ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਉਸ ਗਾਇਕਾ ਦਾ ਮੈਂ ਕਦੇ ਦੁਬਾਰੇ ਨਾਂ ਨਹੀਂ ਸੁਣਿਆ। ਜਦੋਂ ਮੈਂ ਐਡੀ ਵੱਡੀ ਕੰਪਨੀ ਵੀ ਚਲਾਈ ਬਾਅਦ 'ਚ ਜਾ ਕੇ, ਮੈਂ ਕਦੇ ਉਹਦਾ ਨਾਂ ਨਹੀਂ ਸੁਣਿਆ, ਮੈਨੂੰ ਨਾਮ ਨਹੀਂ ਯਾਦ ਕਿ ਉਹਦਾ ਕੀ ਨਾਂ ਸੀ। ਉਦੋਂ ਹੀ ਉਹ 2 ਘੰਟੇ ਯਾਦ ਸੀ। ਮੈਂ ਦੱਸਾਂ, ਨਹੀਂ ਸ਼ਾਇਦ ਤੁਸੀਂ ਗਲਤ ਹੋਵੋਗੇ, ਮੋਣੀ ਨਹੀਂ ਸੀ। ਮੈਨੂੰ ਲੱਗਦਾ ਕਿ ਇਦਾਂ ਦਾ ਕੋਈ ਨਾਂ ਸੀਗਾ, ਚਲੋ ਛੱਡੋ। ਤੇ ਸ਼ਾਇਦ ਇਦਾਂ ਦਾ ਕੋਈ ਨਾਂ ਸੀ। ਤੇ ਉਦੋਂ ਬਾਅਦ ਅਸੀਂ ਉੱਥੇ ਬੱਸ ਅੱਡੇ ਆਏ ਜੀ, ਬੱਸ ਅੱਡੇ ਆਏ, ਫਿਰ ਇੱਕ ਵਾਰੀ ਖੱਜਲ ਖਵਾਰ ਹੋ ਗਏ, ਜਿੰਨਾ ਕੁ ਤੁਸੀਂ ਪੈਟਰੋਲ ਲੈ ਕੇ ਗਏ ਸੀ ਖਰਚ ਆਏ, ਦੁਬਾਰੇ ਫਿਰ ਪਿੰਡ ਚਲੇ ਗਏ, ਦੁਬਾਰੇ ਫਿਰ ਆਏ, ਫਾਈਟਰ ਜਹਾਜ਼ ਨੂੰ, ਹਾਂ ਦੁਬਾਰੇ ਫਿਰ ਆਏ, ਤਾਂ ਫਿਰ ਦੂਜੇ ਦਫ਼ਤਰ ਦੀ ਪੌੜੀ ਚੜ੍ਹੇ ਤੁਸੀਂ, ਤਾਂ ਉੱਥੇ ਬਾਈ ਜੀ ਗਾਣੇ ਤਾਂ ਤੁਹਾਡੇ ਦਿਖਾ ਦੇਵਾਂਗੇ ਕਿਸੇ ਨੂੰ ਵੀ। ਆਪਾਂ ਕਹਿ ਸਕਦੇ ਹਾਂ, ਜਿਵੇਂ ਮੈਂ ਇੱਕ ਸੱਜਣ ਆਉਂਦੇ ਹੁੰਦੇ, ਕਰਤਾਰ ਰਾਮਲਾ ਜੀ ਦੇ ਦਫ਼ਤਰ ਬਹਿੰਦੇ ਹੁੰਦੇ, ਤਾਂ ਉਹਨਾਂ ਨੇ ਕਹਿਣਾ ਕਿ ਭਾਜੀ ਮੈਂ ਗਾਣੇ ਤਾਂ ਦਿਖਾ ਦੂੰ, ਪਰ ਗਾਣਿਆਂ ਨੂੰ ਦਿਖਾਉਣ ਦੀ ਫੀਸ ਲੱਗੂ। ਮੈਂ ਕਿਹਾ ਵੀ ਕਹੀ ਜੀ ਕਿਹੜੀ ਫੀਸ ਲੱਗਦੀ ਹੈ? ਤੇ ਉਹ ਕਹਿੰਦੇ ਇਦਾਂ ਨਹੀਂ, ਵੀ ਦੇਖੋ ਵੀ ਮੈਂ ਵੀ ਤੁਹਾਡਾ ਕੰਮ ਕਰੂੰਗਾ ਨਾ, ਤੁਸੀਂ ਉਹ ਬੰਦੇ ਨੂੰ ਪੀਣ ਖਾਣ ਦਾ ਸ਼ੌਂਕ ਸੀ, ਜਾਣੀ ਕਿ ਉਹ ਮਾੜੀ ਮੋਟੀ ਲਾ ਲੈਂਦੇ ਸੀ। ਤਾਂ ਉਹਨਾਂ ਨੇ ਇੱਕ ਸਿੱਧਾ ਸਿਸਟਮ ਬਣਾਇਆ ਸੀ, ਤੁਹਾਡੀ ਕਾਪੀ ਪਹੁੰਚਾਉਣ ਦਾ ਮੈਂ ਪਊਆ ਲਊਂਗਾ। ਹੁਣ ਇਹ ਗੱਲ ਚਲੋ ਅੱਜ ਕੱਲ੍ਹ ਸਾਡੇ 'ਚ ਨਹੀਂ ਰਹੇ ਸਰੀਰਕ ਤੌਰ 'ਤੇ ਰਮਲਾ ਸਾਹਿਬ, ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਭਾਈ ਸਾਡੇ ਜਿਹੜੇ ਉੱਥੇ ਬੈਠੇ ਨੇ, ਹੋ ਸਕਦਾ ਉਹ ਰਮਲਾ ਸਾਹਿਬ ਦਾ ਸੈਕਟਰੀ ਨਾ ਹੋਵੇ। ਇਹ ਵੀ ਸਹੀ ਹੈ। ਕਿਉਂਕਿ ਉਹਨਾਂ ਦਫ਼ਤਰਾਂ ਦਾ ਮਾਹੌਲ ਆਪਾਂ ਨੇ ਸਾਰਿਆਂ ਨੇ ਦੇਖਿਆ, ਉਹਨਾਂ ਦਫ਼ਤਰਾਂ ਦਾ ਮਾਹੌਲ ਇਹੋ ਜਿਹਾ ਹੁੰਦਾ ਕਿ ਕੋਈ ਪੌੜੀਆਂ ਚੜ੍ਹ ਗਿਆ, ਕੋਈ ਉਤਰ ਗਿਆ, ਜਿਹੜੀ ਸਾਹਮਣੇ ਵਾਲੀ ਕੁਰਸੀ ਹੈ ਉੱਥੇ ਬੈਠਿਆ ਬੰਦਾ ਵੀ ਬਦਲ ਜਾਂਦਾ ਹੁੰਦਾ ਕਈ ਵਾਰੀ, ਅਤੇ ਉਹ ਕੌਣ ਹੋਵੇ, ਕਿੱਥੋਂ ਕਿਹੜੇ ਬੰਦੇ ਹੋਣ, ਉਹ ਪਤਾ ਨਹੀਂ ਕਿਹੜਾ ਬੰਦਾ, ਉਹਨੂੰ ਪਊਆ ਤੁਸੀਂ ਕਿੰਨੇ ਕੁ ਦਾ ਆਉਂਦਾ ਸੀ ਪਊਆ? ਉਦੋਂ 7 ਰੁਪਏ ਦਾ ਹੁੰਦਾ ਸੀਗਾ। ਇਹ ਵੀ ਬੜਾ ਕਮਾਲ ਦਾ ਤਜਰਬਾ ਤੁਹਾਡਾ ਕਿ ਤੁਸੀਂ ਆਪ ਪੀਂਦੇ ਨਹੀਂ, ਤੁਹਾਨੂੰ ਪਿਉਣੀ ਪਈ। ਮੈਂ ਕਈ ਵਾਰੀ, ਤੇ ਅਸੀਂ ਕਾਪੀ ਦੇ ਆਉਣੀ। ਹੁਣ ਪਹਿਲੀ ਗੱਲ ਤਾਂ ਤੁਸੀਂ ਕਾਪੀ ਦੇ ਆਏ, ਤੁਹਾਨੂੰ ਇਹ ਇੱਕ ਸੁਪਨਾ ਹੋ ਗਿਆ ਕਿ ਤੁਸੀਂ ਦੇ ਆਏ। ਦੂਜੀ ਗੱਲ, ਮੇਰੇ ਵਰਗਾ ਬੰਦਾ ਜਿਹਦੇ ਘਰੇ ਦਾਰੂ ਨਹੀਂ ਵੜਦੀ, ਉਹਨੂੰ ਉਹ ਇੱਕ ਰਿਸ਼ਵਤ ਹੀ ਕਹਿ ਸਕਦੇ ਆਪਾਂ, 7 ਰੁਪਏ ਦਾ ਪਊਗਾ ਵਾਲਾ ਮਾਹੌਲ ਬਣਾ ਕੇ ਦੇਣਾ ਪਿਆ। ਤੇ ਉੱਥੇ ਹੁਣ ਕਾਪੀ ਉੱਥੇ ਕਿਤੇ ਨਾ ਕਿਤੇ ਗੇੜੇ ਗੂੜੇ ਖਾ ਕੇ ਰਹਿ ਜਾਣੀ। ਤਾਂ ਹੁਣ ਐਤਕੀ ਫਿਰ ਤੁਸੀਂ 7 ਰੁਪਏ ਵਾਲਾ ਪਊਆ ਦੇ ਆਏ, ਐਤਕੀ ਫਿਰ ਦੂਜੇ ਨੂੰ ਕਿਸੇ ਨੂੰ ਸਮੋਸੇ ਖਵਾਇਆ ਏ, ਦੂਜੇ ਨੂੰ ਕਿਸੇ ਨੂੰ ਬ੍ਰੈਡ ਖਵਾਇਆ ਏ, ਫਿਰ ਤੁਸੀਂ ਖੱਜਲ ਖਵਾਰ ਹੋ ਕੇ ਮੁੜੇ, ਫਿਰ ਚਲੇ ਗਏ ਵਾਪਸ, ਫਿਰ ਤੁਸੀਂ ਆਪਦੀ ਭਰ ਕੇ ਲਏ ਮਸ਼ਕ ਦੁਬਾਰੇ ਆਏ। ਤਾਂ ਇੱਕ ਵਾਰੀ ਸ਼ਿੰਗਾਰਾ ਸਿੰਘ ਚਹਿਲ ਹੋਰੀ ਮੈਨੂੰ ਜਗਤਾਰ ਦੇ ਦਫ਼ਤਰ ਮਿਲੇ, ਜੱਗੇ ਦੇ, ਉੱਥੇ ਘੜੀ ਸਾਜ਼ ਦੀ ਦੁਕਾਨ 'ਤੇ। ਉਹ ਕਹਿੰਦੇ ਵੀ ਕਰਤਾਰ ਰਾਮਲਾ ਮੈਨੂੰ ਮਿਲੇ ਸੀਗੇ, ਕਰਤਾਰ ਰਾਮਲਾ ਹੋਰਾਂ ਨੂੰ ਗਾਣਿਆਂ ਦੀ ਲੋੜ ਹੈ, ਤੁਸੀਂ ਕਰਤਾਰ ਰਾਮਲਾ ਦੇ ਹਿਸਾਬ ਨਾਲ ਡਿਊਟ ਲੈ ਕੇ ਜਾਓ, ਕਿਉਂਕਿ ਮੈਂ ਦੁਗਾਣੇ ਲਿਖਣ ਲੱਗ ਗਿਆ ਸੀ। ਮੈਨੂੰ ਚਿੰਨ੍ਹ ਦੁਗਾਣੇ ਸੁਣਨ ਤੋਂ ਲੱਗੀ ਸੀ, ਕਰਕੇ ਦੁਗਾਣੇ ਵੀ ਮੈਂ ਲਿਖਣ ਲੱਗ ਗਿਆ ਸੀ। ਮੇਰੇ ਕੁਦਰਤੀ ਪਹਿਲੇ ਦੁਗਾਣੇ ਹੀ ਰਿਕਾਰਡ ਹੋਏ ਸੀ ਸਾਹਿਬ ਅਤੇ ਭੈਣ ਜੀ ਹੋਰਾਂ ਦੀ ਆਵਾਜ਼ 'ਚ। ਅਤੇ ਉਹਦੇ 'ਚ ਅਸੀਂ ਬੜਾ ਚਾਅ ਨਾਲ ਕਿ ਯਾਰ ਆਪਾਂ ਨੂੰ ਤਾਂ ਮਿਲ ਗਿਆ ਰਸਤਾ। ਫਿਰ ਗਏ ਅਸੀਂ ਬੱਸ ਅੱਡੇ ਉਤਰੇ, ਬੱਸ ਅੱਡੇ ਉਤਰ ਕੇ ਉਹਨਾਂ ਦੇ ਦਫ਼ਤਰ ਗਏ ਕਿ ਇੱਦਾਂ ਭਾਜੀ ਉੱਥੇ ਗਏ ਸੀ ਪ੍ਰੋਗਰਾਮ 'ਤੇ, ਅਤੇ ਉਹਨਾਂ ਨੇ ਜ਼ਿਕਰ ਕੀਤਾ ਕਿਤੇ ਤੇ ਅਸੀਂ ਜਾਣਾ। ਦੇਖੋ ਸਬੱਬ ਦੀ ਗੱਲ, ਅਸੀਂ ਜਿੱਥੇ ਹੁਣ ਮੁਹੰਮਦ ਸਦੀਕ ਸਾਹਿਬ ਰਹਿੰਦੇ ਆ, ਉਹਦੀ ਅਗਲੀ ਗਲੀ ਦੇ ਵਿੱਚ ਬੈਕ ਸਾਈਡ 'ਤੇ ਰਾਮਲਾ ਸਾਹਿਬ ਦੀ ਕੋਠੀ ਸੀ, ਅਤੇ ਅਸੀਂ ਉੱਥੋਂ ਉਸ ਬੰਦੇ ਨੇ ਆਟੋ ਕਰਵਾਇਆ ਆਉਣ ਜਾਣ ਦਾ। ਆਟੋ ਕਲਚਰ ਉੱਥੇ ਹੈਗਾ ਸੀਗਾ, ਕਿਉਂਕਿ 3-4 ਵਾਰੀ ਇਹ ਵਾਪਰਨ ਤੋਂ ਬਾਅਦ ਗੱਲ 'ਤੇ ਮੋਹਰ ਲੱਗਦੀ ਹੈ ਕਿ ਕਲਚਰ ਕੀ ਹੈਗਾ। ਤਾਂ ਉਹ ਆਟੋ ਕਰਵਾਇਆ, ਆਟੋ ਕਰਵਾ ਕੇ ਅਸੀਂ ਰਾਮਲਾ ਸਾਹਿਬ ਦੀ ਕੋਠੀ ਗਏ। ਤਾਂ ਰਾਮਲਾ ਸਾਹਿਬ ਦੀ ਕੋਠੀ ਜਾ ਕੇ ਕਿੰਨੀਆਂ ਬੈਲਾਂ ਮਾਰਨ ਤੋਂ ਬਾਅਦ ਉਹਨਾਂ ਦੀ ਨੁਕਰਾਣੀ ਨੇ ਗੇਟ ਖੋਲ੍ਹਿਆ, ਤਾਂ ਅਸੀਂ ਅੰਦਰ ਗਏ। ਅੰਦਰ ਡਰਾਇੰਗ ਰੂਮ ਦੇ ਵਿੱਚ ਅਸੀਂ ਬੈਠੇ, ਉਹ ਮੁੰਡਾ ਵੀ ਬੈਠਿਆ, ਅਤੇ ਰਾਮਲਾ ਸਾਹਿਬ ਮੇਰਾ ਖਿਆਲ ਆਰਾਮ ਕਰ ਰਹੇ ਸੀਗੇ। ਕਾਫੀ ਟਾਈਮ ਅਸੀਂ ਡੀਕਦੇ ਰਹੇ, ਕੋਈ ਨਹੀਂ ਆਇਆ। ਅਤੇ ਬਹੁਤ ਟਾਈਮ ਬਾਅਦ ਜਦੋਂ ਅਸੀਂ ਉਹਨੂੰ ਕਿਹਾ ਯਾਰ ਤੂੰ ਦੇਖ, ਹੈ ਨਾ, ਉਹ ਗਏ ਤਾਂ ਜਾ ਕੇ ਰਾਮਲਾ ਸਾਹਿਬ ਆਏ ਤਾਂ ਅੱਗੇ ਸਾਨੂੰ ਲੱਗਿਆ ਕਿ ਠੀਕ ਹੈ ਯਾਰ ਹੁਣ ਤਾਂ ਆਪਾਂ ਜਿਸ ਕੰਮ ਆਏ ਹਾਂ ਅਤੇ ਉਹ ਕੰਮ ਆਪਣਾ ਹੋ ਗਿਆ, ਚਲੋ ਆ ਗਏ। ਪੋਜੀਸ਼ਨ ਬਣੀ ਜਾਣੀ। ਹਾਂ,
ਆਰਟਿਸਟ ਸਾਹਮਣੇ ਸਾਕਸ਼ਾਤ ਦਰਸ਼ਨ ਹੋ ਗਏ। ਤਾਂ ਜੀ ਉਹ ਆਏ, ਗੇੜਾ ਕੱਢ ਕੇ ਡਰਾਇੰਗ ਰੂਮ 'ਚੋਂ ਬਾਥਰੂਮ ਵਾਲੇ ਪਾਸੇ ਜਾ ਕੇ, ਕਿਉਂਕਿ ਉਸ ਕੋਠੀ ਦੇ ਬਾਥਰੂਮ ਬਾਹਰਲੇ ਪਾਸੇ ਸੀ, ਅਤੇ ਬਾਅਦ 'ਚ ਆ ਕੇ ਉਹ ਕੋਠੀ ਅਸੀਂ ਭਗਵੰਤ ਮਾਨ ਦੇ ਵਾਸਤੇ ਖਰੀਦੀ ਵੀ ਸੀ, ਮਤਲਬ ਜੇਕਰ ਆਪਾਂ ਅੱਗੇ ਜਾ ਕੇ ਕਰਾਂਗੇ। ਅਤੇ ਉਹਦੇ 'ਚ ਘੁੰਮ ਕੇ ਜਾ ਕੇ ਉਹ ਫਿਰ ਜਾ ਕੇ ਆਪਦੇ ਕਮਰੇ 'ਚ ਪੈ ਗਏ। ਅੱਧਾ ਘੰਟਾ, ਪੌਣਾ ਘੰਟਾ ਉਡੀਕਣ ਤੋਂ ਬਾਅਦ ਉਹ ਬੰਦਾ ਕਹਿੰਦਾ ਬਾਈ ਜੀ ਮੈਨੂੰ ਕੰਮ ਹੈ, ਤੁਸੀਂ ਗਾਣੇ ਦਿਖਾ ਕੇ ਆ ਜਾਓ। ਹੁਣ ਨਾ ਤਾਂ ਉਹਨੇ ਇਹ ਦੱਸਿਆ ਕਿ ਮੈਂ ਚੱਲਿਆ, ਮੈਂ ਆਟੋ ਵੀ ਵਾਪਸ ਲੈ ਕੇ ਚੱਲਿਆ। ਅੱਛਾ। ਠੀਕ ਹੈ ਜੀ। ਮੈਂ ਤੇ ਜਗਤਾਰ ਉੱਥੇ ਬੈਠੇ ਹਾਂ, ਅੱਧਾ ਘੰਟਾ, ਪੌਣਾ ਘੰਟਾ। ਉਹੀ ਨੌਕਰਾਣੀ ਵਿਚਾਰੀ ਜਿਹੜੀ ਉੱਥੇ ਕਿਤੇ ਸਾਨੂੰ ਭਾਂਡਾ ਮੂੜਾ, ਪਹਿਲਾਂ ਉੱਥੇ ਬਗਾਨੇ ਘਰ 'ਚ ਤੁਸੀਂ ਇਹ ਵੀ ਨਹੀਂ ਹੈਗਾ ਕਿ ਜਾ ਕੇ ਕੁੰਡੇ ਖੜਕਾਈ ਜਾਓ, ਅੰਦਰ ਬੈਠੇ ਹੋ ਤੁਸੀਂ। ਅਤੇ ਉਦੋਂ ਬਾਅਦ ਉਹ ਨੌਕਰਾਣੀ ਵਿਚਾਰੀ ਬਾਹਰ ਆਈ ਗੇੜੇ ਗੁੜੇ ਖਾ ਕੇ, ਤਾਂ ਅਸੀਂ ਉਹਨੂੰ ਮਤਲਬ ਰਸੋਈ 'ਚੋਂ, ਅਤੇ ਅਸੀਂ ਉਹਨੂੰ ਕਿਹਾ ਕਿ ਵੀ ਕਹੋ ਸਾਹਿਬ ਨੂੰ, ਕਹਿੰਦੀ ਵੀ ਨਹੀਂ ਉਸ ਆਰਾਮ ਕਰ ਰਹੇ ਆ। ਚਲੋ ਉਹਨੇ 2-3 ਵਾਰੀ ਕਹਿਣ ਤੋਂ ਬਾਅਦ ਗਏ, ਤਾਂ ਉਹਨਾਂ ਨੇ ਜਾ ਕੇ ਫਿਰ ਆਏ। ਅੱਛਾ ਤੁਸੀਂ ਕੋਈ ਗੱਲ ਨਹੀਂ, ਮਤਲਬ ਹੁੰਦਾ ਬੰਦਾ ਆ ਕੇ ਕਾਪੀ ਫੜੀ, ਕੋਈ ਸੁਣ ਸੁਣਾਈਆ ਨਹੀਂ, ਕਾਪੀ ਫੜ ਕੇ ਰੱਖ ਲਈ, ਕੋਈ ਗੱਲ ਨਹੀਂ ਬਾਈ ਜੀ। 2.5 ਘੰਟਿਆਂ ਦੀ ਜਹਿਦ ਤੋਂ ਬਾਅਦ ਤੁਸੀਂ ਮਤਲਬ ਕਿਹਨੂੰ ਇਹਨੂੰ ਬੇਇੱਜ਼ਤੀ ਕਹਾਂਗੇ, ਇੱਜ਼ਤ ਕਹਾਂਗੇ, ਕਾਪੀ ਟਿਕਾਣੇ 'ਤੇ ਪਹੁੰਚ ਗਈ ਕਿ ਨਹੀਂ ਪਹੁੰਚੀ ਕਹਾਂਗੇ, ਇਹ ਨਹੀਂ ਪਤਾ। ਅਸੀਂ ਆ ਗਏ ਵਾਪਸ। ਤਾਂ ਜਦੋਂ ਬਾਹਰ ਨਿਕਲੇ ਤਾਂ ਉੱਥੇ ਆਟੋ ਨਾ ਹੋ, ਕਿਉਂਕਿ ਆਟੋ ਭਾਈ ਸਾਹਿਬ ਜਿਹੜੇ ਲੈ ਕੇ ਆਏ ਸੀ ਸਾਨੂੰ, ਉਹ ਲੈ ਕੇ ਜਾ ਚੁੱਕੇ ਸੀ। ਕਿਰਾਇਆ ਤੁਸੀਂ ਪਹਿਲਾਂ ਦਿੱਤਾ ਹੋਊਗਾ? ਉਹ ਤਾਂ ਪਹਿਲਾਂ ਹੀ ਲੈਂਦੇ ਹੁੰਦੇ। ਅਤੇ ਆ ਕੇ ਅਸੀਂ ਮੇਨ ਸੜਕ ਤੋਂ ਦੁਬਾਰੇ ਆਟੋ ਲਿਆ। ਹੁਣ ਇਹ ਇੱਦਾਂ ਦੇ ਹਾਲਾਤ ਦਾ ਸਾਹਮਣਾ ਕਰਨਾ, ਫਿਰ ਦੁਬਾਰਾ ਫਿਰ ਤੁਸੀਂ ਦਫ਼ਤਰਾਂ ਦੇ ਵਿੱਚ ਗੇੜੇ ਮਾਰਨੇ ਸ਼ੁਰੂ ਕਰੋ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਇੱਕ ਵਾਰੀ ਦੀ ਬਹੁਤ ਘਟਨਾ ਹੈਗੀ ਜਿਹੜੀ ਕਿ ਸੁਣ ਕੇ ਮੈਨੂੰ ਹਾਸੀ ਵੀ ਆਉਂਦੀ ਹੈ ਕਈ ਵਾਰੀ, ਅਤੇ ਰੋਣਾ ਵੀ ਆਉਂਦਾ। ਅਤੇ ਅਸੀਂ ਗਾਣੇ ਲਿਖੇ, ਮੈਂ ਇਹ ਤਾਂ ਦੁਗਾਣਿਆਂ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਅਗਲੇ ਪੜਾਅ 'ਚ ਇੱਕ ਹੋਰ ਰੌਚਕ ਗੱਲ ਦੱਸੂੰਗਾ, ਉਹ ਸੋਲੋ ਗੀਤਾਂ ਦੀ, ਕਲੀਆਂ ਦੀ ਗੱਲ ਦੱਸੂੰਗਾ। ਸੋਲੋ ਗੀਤ, ਦੁਗਾਣੇ, ਸਾਰਾ ਕੁਝ ਨਾਲ ਨਾਲ ਚੱਲਦਾ ਰਿਹਾ। ਆਪਾਂ ਇੱਥੋਂ ਅੱਗੇ ਵੀ ਜੇ ਗੱਲ ਨੂੰ ਤੋਰਦੇ ਹਾਂ ਤਾਂ ਇੱਕ ਵਾਰ ਤੁਸੀਂ ਕੁਲਦੀਪ ਮਾਣਕ ਹੋਰਾਂ ਦੇ ਕੋਲ ਵੀ ਗਏ ਸੀ। ਮੈਂ ਉਸੇ ਦੀ ਗੱਲ ਕਰਨਾ ਚਾਹੁੰਦਾ ਸੀਗਾ ਜੀ। ਅਤੇ ਅਸੀਂ ਜਦੋਂ ਮੈਂ ਦੁਗਾਣਿਆਂ ਦੇ ਨਾਲ ਸੋਲੋ ਲਿਖਣ ਲੱਗ ਗਿਆ, ਮੈਨੂੰ ਇੰਨਾ ਪਤਾ ਲੱਗਣ ਲੱਗ ਗਿਆ ਕਿ ਆਹ ਦੁਗਾਣਾ ਹੁੰਦਾ, ਆਹ ਸੋਲੋ ਗਾਣਾ ਹੁੰਦਾ, ਇਕੱਲਾ ਗਾਣਾ, ਆਹ ਕਲੀ ਹੁੰਦੀ ਹੈ, ਆਹ ਲੋਕ ਤੱਤ ਹੁੰਦਾ। ਇੰਨਾ ਕੁ ਮੈਨੂੰ ਸ਼ਬਦਾਂ ਦਾ ਪਤਾ ਲੱਗਣ ਲੱਗ ਗਿਆ। ਤਾਂ ਮੈਂ ਕੁਛ ਲੋਕ ਤੱਤ ਅਤੇ ਕੁਛ ਕਲੀਆਂ ਲਿਖੀਆਂ। ਮੈਂ ਜਗਤਾਰ ਜੱਗੇ ਕੋਲੇ ਆਇਆ, ਕਿਉਂਕਿ ਮੇਰਾ ਪੱਕੀ ਠਾਹਰ ਸੀ ਅਤੇ ਪੱਕਾ ਦੋਸਤ ਸੀਗਾ, ਉਹ ਪੱਕਾ ਸਲਾਹੀਆ ਸੀਗਾ। ਉਹ ਬੰਦੇ ਨੇ, ਚਲੋ ਅੱਜ ਉਹ ਦੁਨੀਆ 'ਤੇ ਨਹੀਂ ਹੈਗਾ, ਉਹ ਬੰਦੇ ਨੇ ਮੇਰੇ ਵਾਸਤੇ ਬਹੁਤ ਕੁਛ ਜਦੋਜਹਿਦ ਕੀਤੀ, ਨਾਲ ਜਾਂਦਾ ਰਿਹਾ, ਸਭ ਕੁਝ ਕਰਦਾ ਰਿਹਾ। ਅਤੇ ਉਹਨੇ ਜਦੋਂ ਮੈਂ ਕਹਿਣਾ ਉਹਨੇ ਚੱਕਣਾ ਉਹੀ ਬੈਗ ਅਤੇ ਨਾਲ ਤੁਰ ਪੈਣਾ। ਕਈ ਵਾਰੀ ਖਰਚਾ ਵੀ ਉਹਨੇ ਕਰ ਦੇਣਾ, ਕਈ ਵਾਰੀ ਮੈਂ ਕਰ ਦੇਣਾ, ਜਾਂ ਕੋਈ ਹਿਸਾਬ ਕਿਤਾਬ ਨਹੀਂ ਸੀ, ਦੋਸਤਾਂ 'ਚ ਨਹੀਂ ਹੁੰਦਾ। ਅਤੇ ਅਸੀਂ ਗਏ ਤਾਂ ਮੈਂ ਉਹਨੂੰ ਜਾ ਕੇ ਦਿਖਾਏ ਪਹਿਲੀ ਵਾਰੀ ਜੱਗੇ ਨੂੰ। ਕਹਿੰਦਾ ਹਾਂ, ਕਹਿੰਦਾ ਜਰਾ ਤਾਂ ਕੁਲਦੀਪ ਮਾਣਕ ਸਾਹਿਬ ਦੇ ਗਾਉਣ ਵਾਲੇ ਗਾਣੇ ਨੇ, ਅਤੇ ਚੱਲ। ਉਦੋਂ 2 ਵਜੇ ਹੋਣਗੇ ਦੁਪਹਿਰ ਦੇ। ਤਾਂ ਅਸੀਂ ਬੱਸ ਚੜ੍ਹੇ ਜੀ, ਜਿਵੇਂ ਹੁੰਦਾ ਕਿ ਜਨੂਨ ਦੇ ਸਾਹਮਣੇ ਕੋਈ ਟਾਈਮ ਨਹੀਂ ਹੁੰਦਾ, ਨਾ ਆਲ ਨਾ ਪਤਾਲ, ਪਹੁੰਚ ਗਏ। ਤਾਂ ਉਦੋਂ ਮਾਣਕ ਸਾਹਿਬ ਤਰੀਕੇ ਰਹਿੰਦੇ ਹੁੰਦੇ, ਇਹਨਾਂ ਦੀ ਰਿਹਾਇਸ਼ ਤਰੀਕੇ ਸੀ। ਅਸੀਂ ਲੁਧਿਆਣੇ ਬੱਸ ਅੱਡੇ ਉਤਰੇ, ਉੱਥੋਂ ਮਿੰਨੀ ਬੱਸ ਜੀ ਪਤਾ ਨਹੀਂ ਕਿਹੜੀ ਬੱਸ ਫੜੀ, ਜਾ ਕੇ ਤਰੀਕੇ ਦੇ ਬੱਸ ਅੱਡੇ ਉਤਰੇ। ਤਰੀਕੇ ਦੇ ਬੱਸ ਅੱਡੇ ਤੋਂ ਉਤਰ ਕੇ ਤੁਰ ਕੇ ਅਸੀਂ ਤਰੀਕੇ ਪਿੰਡ 'ਚ ਗਏ। ਕਰਦੇ 5-5:30 ਹੋ ਗਏ ਹੋਣਗੇ ਉਦੋਂ। ਤਾਂ ਉੱਥੇ ਤਰੀਕੇ ਜਾ ਕੇ ਪਤਾ ਲੱਗਿਆ ਕਿ ਉਹ ਇੱਥੇ ਨਹੀਂ ਹੈਗੇ, ਨਵੀਂ ਕੋਠੀ ਬਣ ਰਹੀ ਹੈ ਰਣਧੀਰ ਸਿੰਘ ਨਗਰ, ਉੱਥੇ ਕੋਠੀ 'ਤੇ ਮਿਲਣਗੇ ਤੁਹਾਨੂੰ। ਉੱਥੋਂ ਤਰੀਕੇ ਤੋਂ ਇੱਕ ਰਸਤਾ, ਕੱਚਾ ਰਸਤਾ ਆਉਂਦਾ ਹੁੰਦਾ, ਅੱਜ ਕੱਲ੍ਹ ਸੜਕ ਬਣ ਗਈ ਉਹ, ਕੱਚਾ ਰਸਤਾ ਆਉਂਦਾ ਫਾਟਕ ਜੇ ਕੋਲ ਲੰਘ ਕੇ ਰਣਧੀਰ ਸਿੰਘ ਨਗਰ ਨੂੰ। ਅਸੀਂ ਉਸ ਰਸਤੇ ਆ ਰਹੇ ਹਾਂ, ਦਿਨ ਦਾ ਛਪਾਂਦ ਜਿਹਾ ਹੋ ਰਿਹਾ, ਅਤੇ ਉੱਥੇ ਆਉਂਦੇ ਗੱਲਾਂ ਕਰਦੇ ਆ ਰਹੇ ਕਿ ਯਾਰ ਹੁਣ ਮੌਕਾ ਹੈਗਾ। ਮਾਣਕ ਸਾਹਿਬ ਸ਼ੌਕੀਨ ਵੀ ਸੀ ਕਿ ਮਾੜਾ ਮੋਟਾ ਪੈਗ ਸ਼ੈਗ ਲਾਉਣ ਦੇ, ਕਿ ਚਲੋ ਉੱਥੇ ਹੁਣ ਮਾਹੌਲ ਬਣਿਆ ਹੋਊਗਾ ਅਤੇ ਮਹਿਫਲ ਜਮੀ ਹੋਊਗੀ, ਜਾਂਦੇ ਆਪਾਂ ਪੜ੍ਹਾਵਾਂਗੇ, ਸੁਣਾਵਾਂਗੇ, ਤਾਂ ਕਲੀਆਂ ਦੀਆਂ ਤਰਜ਼ਾਂ ਬਣ ਜਾਣਗੀਆਂ ਅਤੇ ਵੀ ਆਪਣੇ ਗਾਣੇ ਸਿਲੈਕਟ ਹੋ ਜਾਣਗੇ। ਅਸੀਂ ਉੱਥੋਂ ਜਾਂਦੇ ਜਦੋਂ ਜਿਸ ਕੋਠੀ ਦੇ ਵਿੱਚ ਅੱਜ ਮਾਣਕ ਸਾਹਿਬ ਦੀ ਰਿਹਾਇਸ਼ ਹੈਗੀ ਹੈ, ਇਹ ਕੋਠੀ ਉਦੋਂ ਬਣ ਰਹੀ ਸੀਗੀ। ਇਹ ਗੱਲ ਜਦੋਂ ਸ਼ਾਮ ਜੀ ਮੂੰਹ ਹਨੇਰਾ ਜਿਹਾ ਹਲੇ ਹੋਇਆ ਨਹੀਂ ਸੀ, ਮਤਲਬ ਚਿਹਰਾ ਦਿਖਦਾ ਸੀ, ਉਦੋਂ ਤੱਕ ਅਸੀਂ ਉੱਥੇ ਉਹ ਪਹੁੰਚ ਗਏ। ਗਲੀ ਦੇ ਇੱਧਰਲੇ ਪਾਸੇ ਕਈ ਸੱਜਣ ਖੜ੍ਹੇ ਹੈ, ਮੈਨੂੰ ਲਾਇਆ ਝੱਜ ਟੂਸੇ ਵਾਲੇ ਭਾਜੀ, ਕੇਵਲ ਜਲਾਲ ਹੋਰੀ, 3-4 ਬੰਦੇ ਖੜ੍ਹੇ ਹੈ, ਸ਼ਾਇਦ ਅਮਰੀਕ ਤਲਵੰਡੀ ਹੋਰੀ ਵੀ, ਸ਼ਾਇਦ ਮੈਨੂੰ ਬਾਅਦ 'ਚ ਪਤਾ ਲੱਗਿਆ ਕਿ ਫਲਾਣੇ ਨਾਮ ਨੇ, ਪਹਿਲਾਂ ਮੈਨੂੰ ਨਾਮਾਂ ਦਾ ਪਤਾ ਨਹੀਂ ਸੀ। ਉੱਧਰਲੇ ਪਾਸੇ ਮਿਸਤਰੀ ਉਹ 'ਚ ਜਿਹੜੇ ਹੁੰਦੇ ਹੈ ਕਾਰੀਗਰ, ਕਿੱਲਾਂ ਠੋਕ ਰਹੇ ਆ ਗਰਿੱਲਾਂ ਦੇ ਵਿੱਚ, ਅਤੇ ਨਾਲ ਮਾਣਕ ਸਾਹਿਬ ਖੜ੍ਹੇ ਆ, ਉਹਨੂੰ ਫੜੀ ਖੜ੍ਹੇ ਆ ਜਾਂ ਕੋਲੇ ਖੜ੍ਹੇ ਆ। ਤਾਂ ਮੈਂ ਜਾ ਕੇ ਜਿਹੜੇ ਮਿੱਤਰ ਉੱਤੇ ਖੜ੍ਹੇ ਸੀ ਉਹਨੂੰ ਕਿਹਾ ਵੀ ਮਾਣਕ ਸਾਹਿਬ, ਕਹਿੰਦੇ ਉਹ ਸਾਹਮਣੇ। ਹੁਣ ਤਲਬ ਹੁੰਦੀ ਹੈ ਗੀਤਕਾਰ ਦੇ ਅੰਦਰ, ਬਹੁਤ ਵੱਡੀ ਅੱਗ ਹੁੰਦੀ ਹੈ, ਉਹ ਟਾਈਮ ਨਹੀਂ ਦੇਖਦਾ। ਕਿਉਂਕਿ 4-5-7 ਦਿਨ ਪਹਿਲਾਂ ਮਾਣਕ ਸਾਹਿਬ ਦਾ ਅਖਾੜਾ ਲੱਗਿਆ ਸੀ ਦਿੜਵੇ, ਨਾਲ ਪਰਮਿੰਦਰ ਸੰਧੂ ਹੋਰੇ ਗਏ ਸੀ। ਤਾਂ ਉੱਥੇ ਅਸੀਂ ਚਾਹ ਪਾਣੀ ਪਿਆਉਣ ਵੇਲੇ ਉਹਨਾਂ ਨੂੰ ਮਿਲੇ ਸੀ, ਤਾਂ ਕਿਹਾ ਸੀ ਮੈਂ ਗੀਤ ਲਿਖਦਾ। ਉਹ ਕਹਿੰਦੇ ਲੁਧਿਆਣੇ ਕਦੇ ਆ ਜਾਓ, ਕੋਈ ਨਾ ਆਪਾਂ ਦੇਖ ਲਾਂਗੇ।
ਇਦਾਂ ਸ਼ਬਦ ਹੰਗਾਰਾ ਸ਼ਾਇਦ ਆਰਟਿਸਟ ਹਰੇਕ ਨੂੰ ਭਰ ਦਿੰਦੇ ਹੋਣਗੇ, ਮੈਨੂੰ ਵੀ ਭਰਿਆ ਉਹ ਵੱਡਾ, ਪਰ ਇੱਕ ਤਲਬਦਾਰ ਨੂੰ ਹੰਗਾਰਾ ਵੱਡਾ ਲੱਗਦਾ। ਸਹੀ। ਤੇ ਅਸੀਂ ਗਏ ਤਾਂ ਮੂਰਦੀ ਹੋ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਤੀ, ਤਾਂ ਮਾਨਕ ਸਾਹਿਬ ਨੇ ਆਪਦੇ ਅੰਦਾਜ਼ ਦੇ ਵਿੱਚ ਤੇ ਗੀਤਕਾਰ ਹੋਣਗੇ, ਮੈਂ ਕਿਹਾ ਹਾਂਜੀ ਭਾਜੀ ਆਪਾਂ ਦੜਬੇ ਮਿਲੇ ਸੀ, ਹੈ ਨਾ। ਤੇ ਉੱਥੇ ਫਿਰ ਜਿਹੜੀਆਂ ਤਰਜ਼ਾਂ ਬਣੀਆਂ ਗੀਤਾਂ ਦੀਆਂ ਉਹ ਮੇਰੇ ਕੰਨਾਂ ਨੂੰ ਪਤਾ, ਮੇਰੇ ਦਿਲ ਨੂੰ ਪਤਾ, ਮੇਰੀਆਂ ਅੱਖਾਂ ਨੇ ਤਾਂ ਬਾਅਦ 'ਚ ਆ ਕੇ ਉਹਦੀਆਂ ਮਤਲਬ ਹਿੱਕਾਂ ਲਾਈਆਂ। ਤਾਂ ਇਦਾਂ ਦਾ ਵੀ ਹੁੰਦਾ ਕਈ ਵਾਰੀ ਕਿ ਤੁਸੀਂ ਬਹੁਤ ਵੱਡੀ ਉਮੰਗ ਲੈ ਕੇ ਜਾਂਦੇ ਹੋ, ਸਾਹਮਣੇ ਵਾਲੇ ਬੰਦੇ ਕੋਲੇ ਤੁਹਾਡੀ ਗੱਲ ਨੂੰ ਪੇਸ਼ ਕਰਨ ਦਾ ਤਰੀਕਾ ਗਲਤ ਹੋ ਸਕਦਾ, ਤੁਹਾਨੂੰ ਰਾਹ ਨਹੀਂ ਪਤਾ ਹੁੰਦੇ ਕਿ ਇੱਥੇ ਜਾ ਕੇ ਕਿਵੇਂ ਗਾਣਾ ਦਿਖਾਉਣਾ ਜਾਂ ਸਾਹਮਣੇ ਵਾਲੇ ਦਾ ਮੂਡ ਕੀ ਹੈ। ਤਾਂ ਉੱਥੇ ਅਸੀਂ ਪੂਰਾ ਵਧੀਆ ਤਰੀਕੇ ਨਾਲ ਤਰਜ਼ਾਂ ਬਣੀਆਂ ਗੀਤਾਂ ਦੀਆਂ ਤਰਜ਼ਾਂ ਬਣੀਆਂ, ਤਾਂ ਇੰਨਾ ਬੁਰੇ ਤਰੀਕੇ ਨਾਲ ਉੱਥੋਂ ਨਿਕਲੇ ਕਿ ਜੋ ਇੱਕ ਜਿਵੇਂ ਬਿਆਵਰੂ ਹੋ ਕੇ ਤੇਰੇ ਕੁੱਚੇ ਸਾਹਮਣੇ ਨਿਕਲੇ ਵਾਲੀ ਗੱਲ, ਉੱਥੋਂ ਅਸੀਂ ਕੱਚੇ ਹੋ ਕੇ ਗਾਹਾਂ ਝਾੜੀਆਂ ਝੂੜੀਆਂ ਵਿੱਚ ਜਾ ਕੇ ਸੜਕ 'ਤੇ ਚੜ੍ਹੇ, ਤਾਂ ਉੱਥੋਂ ਕੋਈ ਆਟੋ ਨਾ ਮਿਲੇ, ਕੋਈ ਚੀਜ਼ ਨਾ ਮਿਲੇ, ਰਾਤ ਹੋ ਗਈ, ਮਾਹੌਲ ਖ਼ਰਾਬ ਸੀ ਉਹਨਾਂ ਦਿਨਾਂ 'ਚ ਪੰਜਾਬ ਦਾ, 90 ਹਲੇ ਆਇਆ ਨਹੀਂ ਸੀ, ਉਦੋਂ ਪਹਿਲਾਂ ਦੀ ਗੱਲ ਹੈ। ਉੱਥੋਂ ਤੁਰੇ ਅਸੀਂ ਨਹਿਰ ਦੇ ਤੱਕ ਆਏ, ਨਹਿਰ ਦੇ ਕਿਨਾਰੇ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਆ ਕੇ ਰਾਤ ਠਹਿਰਨ ਵਾਸਤੇ ਜਗ੍ਹਾ ਮੰਗੀ, ਉਹ ਕਹਿੰਦੇ ਵੀ ਨਹੀਂ ਭਾਈ ਕਾਕਾ ਇੱਦਾਂ ਜਗ੍ਹਾ ਨਹੀਂ ਮਿਲਦੀ ਹੁੰਦੀ। ਮੀਂਹ ਪੈਣ ਲੱਗ ਗਿਆ, ਮੀਂਹ ਪੈਂਦੇ ਦੇ ਵਿੱਚ ਤੁਰੇ ਬੱਸ ਅੱਡੇ ਤੱਕ ਆਏ, ਆਉਂਦਿਆਂ ਨੂੰ ਢਾਬੇ ਬੰਦ ਹੋ ਗਏ, ਸਸਤਾ ਹੋਟਲ ਲੱਭਣਾ ਸੀ ਕੋਈ, ਇਹ ਤਾਂ ਹੈ ਨਹੀਂ ਸੀ ਕਿ ਅਸੀਂ 5 ਸਟਾਰ 'ਚ ਠਹਿਰਨ ਵਾਲੇ ਪੈਸੇ ਹੁੰਦੇ ਸਾਡੇ ਕੋਲੇ, ਸਸਤੇ ਹੋਟਲ 'ਚ ਰਾਤ ਕੱਟੀ, ਕੀ ਖਾ ਕੇ ਕੱਟੀ, ਮਤਲਬ ਆਪਾਂ ਕਹਿ ਸਕਦੇ ਸਿਰਫ ਘੂਰੀਆਂ ਖਾ ਕੇ ਕੱਟੀ ਜਾਂ ਗਾਲਾਂ ਯਾਦ ਕਰਕੇ ਕੱਟੀ, ਤਾਂ ਉੱਥੇ ਰਾਤ ਕੱਟੀ, ਤਾਂ ਰੋਟੀ ਵੀ ਨਹੀਂ ਉਸ ਰਾਤ ਨਸੀਬ ਹੋਈ। ਮਤਲਬ ਇੱਦਾਂ ਇਹ ਜਨੂਨ ਨੇ 2 ਵਜੇ ਦੁਪਹਿਰੇ ਘਰੋਂ ਚੱਕਿਆ ਅਤੇ ਲਿਆ ਕੇ ਸਿੱਧਾ 11 ਵਜੇ ਤੱਕ ਹੋਟਲ ਦਾ ਇਹ ਸਫ਼ਰ, ਮਤਲਬ 25-30 ਕਿਲੋਮੀਟਰ ਪੈਦਲ ਤੁਰ ਕੇ ਤੁਸੀਂ ਹੋਟਲ 'ਚ ਆ ਕੇ ਖੱਜਲ ਖੁਆਰਾ ਡਿੱਗਦੇ ਹੋ। ਮਤਲਬ ਇੱਦਾਂ ਦਾ ਸੁਪਨਾ ਜਿਹੜਾ ਤੋਂ ਦੜਾਉਂਦਾ, ਤੁਹਾਨੂੰ ਪਰੇਸ਼ਾਨ ਕਰਦਾ। ਤੁਸੀਂ ਬਹੁਤ ਥਾਵਾਂ ਤੇ ਜੱਟ ਬਣਾ ਕੀਤਾ, ਤੇ ਕਦੇ ਇਹੋ ਜਿਹੇ ਮੌਕੇ ਨਹੀਂ ਜੱਟ ਜਾਗਿਆ ਵੀ ਚਲਾ ਕੇ ਮਾਰੀ ਹੋਵੇ ਕਾਪੀ ਜੀ? ਘਰੇ ਜਾ ਕੇ ਇਸ ਕਰਕੇ ਚਲਾ ਕੇ ਮਾਰੀ ਹੋਊਗੀ, ਜਦੋਂ ਇੱਦਾਂ ਦੀਆਂ ਗੱਲਾਂ ਯਾਦ ਆਈਆਂ ਹੋਣਗੀਆਂ ਕਿ ਵੀ ਯਾਰ ਉੱਥੇ ਤੇਰੇ ਗੀਤਾਂ ਦਾ ਮਜ਼ਾਕ ਉੱਡਿਆ, ਜਾਂ ਤੈਨੂੰ ਉੱਥੇ ਜਾ ਕੇ ਆਹ ਗੱਲ ਤੇਰੀ ਜ਼ਮੀਰ ਤੋਂ ਬਾਹਰ ਸੁਣਨ ਨੂੰ ਮਿਲੀ ਕਿ ਵੀ ਪਊਆ ਟਾਈਪ ਗੱਲ, ਤੇ ਜਾਂ ਤੈਨੂੰ ਮਾਹੌਲ ਨਹੀਂ ਵਧੀਆ ਮਿਲਿਆ। ਤਾਂ ਇਹ ਗੱਲਾਂ ਮੈਂ ਇੱਕ ਹੋਰ ਇੱਥੇ ਦੱਸ ਦੇਵਾਂ ਕਿ ਮੈਂ ਇਹ ਗੱਲਾਂ ਅੱਜ ਤੱਕ ਜ਼ਿਕਰ ਨਹੀਂ ਕੀਤਾ ਉਹਨਾਂ ਆਰਟਿਸਟਾਂ ਕੋਲੇ ਕਿ ਮੈਂ ਉਹ ਗੀਤਕਾਰ ਹੈਗਾ ਜਿਹੜਾ ਕਿ ਤੁਹਾਨੂੰ ਇਹ ਸਾਰੇ ਗੀਤ ਦਿਖਾ ਕੇ ਜਾ ਚੁੱਕਿਆ। ਵੱਡੀ ਗੱਲ ਇਹ 5 ਗਾਣੇ ਜਿਹੜੇ ਗਾਣਿਆਂ ਦੀ ਮੈਂ ਗੱਲ ਕਰ ਰਿਹਾ ਇਸ ਟਾਈਮ 'ਤੇ, ਵੱਡੀ ਗੱਲ ਇਹ 5 ਗਾਣੇ, ਇੱਕ ਸਾਡੀ ਕੈਸਟ ਆਈ ਯਾਰਾਂ ਦੀ ਕੁੱਲੀ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ 'ਚ CMC ਕੰਪਨੀ 'ਚ, ਉਹ 'ਚ 5 ਗਾਣੇ ਰਿਕਾਰਡ ਹੋਏ। ਫਿਰ ਤਾਂ ਹੀ ਰੱਖਦੇ ਹੋਣੇ ਵਿਆਹ ਕਰਨੇ ਆ। ਨਹੀਂ ਉਹ ਤਾਂ ਮਤਲਬ ਸਮਾਂ ਸਮਰੱਥ ਹੈ ਨਾ, ਉਹੀ ਗੱਲ ਸਮਾਂ ਸਮਰੱਥ ਹੈ, ਅਤੇ ਉਹ 5 ਗਾਣੇ ਰਿਕਾਰਡ ਹੋਏ, ਉਹਦੇ ਵਿੱਚ ਹੈਗੇ ਸਾਰੇ ਗਾਣੇ ਉਹ, ਅਤੇ ਉਹਦੇ 'ਚ ਤੋਮਤ ਮਾੜੀ ਲੋਕੋ ਪੱਥਰਾਂ ਦਾ ਹੀ ਪਾੜ ਦੇਵੇ, ਕਲੀ ਹੈਗੀ, ਠਾਣੇ ਮੁਕਰ ਪੁਲਿਸ ਦਾ ਆਉਣਾ ਮਾੜਾ, ਉਹ ਲੋਕ ਤੱਥ ਹੈਗਾ, ਉਹ 5 ਗਾਣੇ ਉਸ ਕੈਸਟ 'ਚ ਰਿਕਾਰਡ ਹੋਏ। ਅਤੇ ਦੂਜੇ ਦਿਨ ਜਿੱਦਾਂ ਅਸੀਂ ਰਾਤ ਨੂੰ ਭੁੱਖੇ ਭਾਣੇ ਸੋਏ, ਕਿਉਂਕਿ ਸੁਪਨਾ ਸੌਣ ਨਹੀਂ ਦਿੰਦਾ, ਸੁਪਨਾ ਥੱਕਣ ਨਹੀਂ ਦਿੰਦਾ। ਜੇ ਸੁਪਨਾ ਥੱਕਣ ਦੇ ਦੇਵੇ, ਅੱਕਣ ਦੇ ਦੇਵੇ, ਬੰਦਾ ਜਾ ਕੇ ਦੁਬਾਰੇ ਫਿਰ ਆਪਣਾ ਉਹੀ ਝੋਲਾ ਚੱਕ ਲਵੇ ਸੈਣੀ ਥੋੜੇ ਵਾਲਾ, ਅਤੇ ਜਾ ਕੇ ਆਪਦੀਆਂ ਫਿਟਿੰਗਾਂ ਕਰਨ ਲੱਗ ਜਾਵੇ, ਆਪਦਾ ਵਧੀਆ ਢੰਗ ਨਾਲ ਕਮਾਈ ਕਰਨ ਲੱਗ ਜਾਵੇ, ਜਿੰਨੀ ਕੁ ਹੋ ਰਹੀ ਹੈ, ਖੇਤੀ ਕਰ ਲਵੇ, ਹੋਰ ਕੋਈ ਮਿਰਚਾਂ ਦਾ ਨਸਲ ਬਦਲ ਲਵੇ, ਸਬਜ਼ੀਆਂ ਲਾਉਣ ਲੱਗ ਜਾਵੇ, ਪਰ ਸੁਪਨਾ ਥੱਕਣ ਨਹੀਂ ਦਿੰਦਾ। ਤਾਂ ਅਗਲੇ ਦਿਨ ਅਸੀਂ ਜਦੋਂ ਜਨਾਬ ਮੁਹੰਮਦ ਸਦੀਕ ਸਾਹਿਬ ਹੋਰਾਂ ਨੂੰ ਮਤਲਬ ਮਿਲ ਕੇ ਜਾਂ ਉਹਨਾਂ ਦੀ ਕੋਠੀ ਗੇੜਾ ਕੱਢ ਕੇ ਆਏ, ਤਾਂ ਅਸੀਂ ਸਵਰਨਲਤਾ ਹੋਰਾਂ ਦੀ ਉੱਥੇ ਕੋਠੀ ਨਾਲ ਹੀ ਹੈਗੀ, ਉੱਥੇ ਗਏ ਗੀਤ ਦਿਖਾਉਣ, ਕਿਉਂਕਿ ਇਹ ਹੁੰਦਾ ਕਿ ਜਿਹੜਾ ਮਰਜ਼ੀ ਗਾ ਦੇਵੇ, ਇਹ ਨਹੀਂ ਹੁੰਦਾ ਕਿ ਕਿਤੋਂ ਗਵਾਉਣੇ, ਜਿਹੜਾ ਮਰਜ਼ੀ ਗਾ ਦੇਵੇ, ਗਾਣੇ ਹਰੇਕ ਤਰ੍ਹਾਂ ਸਮਾਨ ਲੈ ਕੇ ਆਪਾਂ ਘੁੰਮਦੇ ਹਾਂ। ਅਤੇ ਉੱਥੇ ਅਸੀਂ ਸਵਰਨਲਤਾ ਹੋਰਾਂ ਦੀ ਕੋਠੀ ਗਏ, ਉੱਥੇ ਗਾਣੇ ਅਸੀਂ ਦੇ ਕੇ ਬਾਹਰ ਨਿਕਲ ਰਹੇ ਹਾਂ, ਮਤਲਬ ਉਹਨਾਂ ਨੇ 2 ਗਾਣੇ ਲਿਖਾ ਕੇ ਰੱਖ ਲਏ, ਬਾਹਰ ਨਿਕਲਣਾ ਤਾਂ ਕੁਦਰਤੀ ਗੇਟ ਦੇ ਉੱਤੇ ਮਾਨਕ ਸਾਹਿਬ ਅਤੇ ਨਾਲ 2-4 ਸੱਜਣ ਹੋਰ ਮਿਲੇ, ਤਾਂ ਸਤਿ ਸ੍ਰੀ ਅਕਾਲ ਬੁਲਾਈ। ਤਾਂ ਰਾਤ ਵਾਲੀ ਗੱਲ ਉਹਨਾਂ ਦੇ ਚੇਤੇ ਸੀ ਜਾਂ ਨਹੀਂ ਸੀ, ਅਸੀਂ ਤਾਂ ਅੱਛਾ ਅਸੀਂ ਜੀ ਮਿਲੇ ਸੀ, ਤੁਹਾਨੂੰ ਕਰਕੇ ਮਿਲੇ। ਤਾਂ ਉਹਨਾਂ ਨੇ ਇੱਕ ਪਰਚੀ ਦੇ ਉੱਤੇ ਲਿਖਿਆ ਕਿ ਰਣਜੀਤ ਇਹਨਾਂ ਦੇ ਗੀਤ ਦੇਖ ਲੈਣਾ। ਉਹ ਰਣਜੀਤ ਕੌਣ ਸੀ? ਰਣਜੀਤ ਮਣੀ, ਜਿਹਦੀ ਕਿ ਕੈਸਟ ਹਿੱਟ ਹੋਈ ਸੀ, ਮੇਰੀ ਆਪਦੀ ਪੈਸੇ ਲੱਗੀ ਹੋਈ ਕੰਪਨੀ ਦੇ ਵਿੱਚ, ਚੰਨਾ ਪਾਸਪੋਰਟ ਬਣਾ ਲਿਆ। ਅਤੇ ਉਦੋਂ ਪਹਿਲੀਆਂ 5 ਕੈਸਟਾਂ ਵੀ ਮੇਰੇ ਪੈਸਿਆਂ ਨਾਲ ਜਾਂ ਮੇਰੇ ਚਹਿਲ ਸਾਹਿਬ ਦੇ ਪੈਸਿਆਂ ਨਾਲ ਜਾਂ ਜੈਦ ਕੇ ਦੇ ਪੈਸਿਆਂ ਨਾਲ 6ਵੀਂ ਕੈਸਟ ਸੀਗੀ ਉਹ ਕੁੱਲ ਮਿਲਾ ਕੇ ਰਣਜੀਤ ਮਣੀ ਦੀ, ਜਿਹਨੂੰ ਕਿ ਗਾਣਿਆਂ ਨੂੰ ਦਿਖਾਉਣ ਵਾਸਤੇ ਮਾਨਕ ਸਾਹਿਬ ਨੇ ਇੱਕ ਸਾਨੂੰ ਪਰਚੀ ਦਿੱਤੀ ਸੀ, ਜਾਂ ਇਹ ਕਹਿ ਸਕਦੇ ਆਪਾਂ ਉਹਨੂੰ ਆਪਾਂ ਇੱਕ ਗਿੱਦੜ ਪਰਚੀ ਵੀ ਕਹਿੰਦੇ। ਇਹ ਉਦੋਂ ਪਹਿਲਾਂ ਸੀ? ਉਦੋਂ ਅਗਲੇ ਸਵੇਰ ਨਹੀਂ, ਥੋੜ੍ਹੀਆਂ ਕੈਸਟਾਂ ਤੋਂ ਬਾਅਦ 'ਚ ਆਈਆਂ ਨਾ? ਕੈਸਟਾਂ ਤੋਂ ਬਾਅਦ 'ਚ ਆਈਆਂ। ਇਹ ਉੱਥੇ ਪਹਿਲਾਂ ਰਣਜੀਤ ਉੱਥੇ ਮਾਨਕ ਸਾਹਿਬ ਦਫ਼ਤਰ ਬਹਿਣਾ ਹੁੰਦਾ, ਫਿਰ ਅਸੀਂ ਉੱਥੋਂ ਉਹ ਪਰਚੀ ਦੇ ਸਹਾਰੇ ਜਿਹੜਾ ਅਸੀਂ ਉੱਥੋਂ ਲੈ ਕੇ ਤਕਰੀਬਨ 1 ਕਿਲੋਮੀਟਰ ਦਾ ਸਫ਼ਰ ਹੈ, ਉਹ ਬੜਾ ਤੇਜ਼ੀ 'ਚ ਕੀਤਾ, ਕੋਈ ਥਕਾਵਟ ਨਹੀਂ, ਕੋਈ ਕੁਛ ਨਹੀਂ, ਕੋਈ ਸੂਲ ਨਹੀਂ, ਕੋਈ ਕੁਛ ਨਹੀਂ। ਤਾਂ ਕਿਉਂਕਿ ਇੱਕ ਪਰਚੀ ਮਿਲ ਗਈ, ਸਹਾਰਾ ਮਿਲ ਗਿਆ ਕਿ ਆਹ ਪਰਚੀ ਦੇ ਸਿਰ 'ਤੇ ਆਪਣੇ ਗਾਣੇ ਰਿਕਾਰਡ ਹੋਣਗੇ, ਹੈ ਨਾ। ਹੋ ਗਿਆ ਫਿਰ?
ਨਹੀਂ ਕੁਝ ਨਹੀਂ ਹੋਣਾ ਹੁੰਦਾ, ਕਿਉਂਕਿ ਉੱਥੇ ਵੀ ਮਜ਼ਾਕ ਹੀ ਉੱਡਣਾ ਹੁੰਦਾ, ਚਾਹੇ ਉਹ ਰਣਜੀਤ ਨੇ ਉਡਾਇਆ ਹੋਊਗਾ, ਨਾਲ ਬੈਠੇ ਕਿਸੇ ਸੱਜਣ ਨੇ ਉਡਾਇਆ ਹੋਊਗਾ, ਮੇਰੇ ਸਮਕਾਲੀ ਨੇ ਉਡਾਇਆ ਹੋਊਗਾ, ਮੇਰੇ ਗਰਾਈਆਂ ਨੇ ਉਡਾਇਆ ਹੋਊਗਾ, ਮਜ਼ਾਕ ਹੀ ਉੱਡਣਾ ਹੁੰਦਾ। ਗੀਤਕਾਰ ਦਾ ਮਜ਼ਾਕ ਉੱਡਣਾ ਹੀ ਉਹਦੀ ਕਿਸਮਤ 'ਚ ਲਿਖਿਆ ਹੋਇਆ ਲੱਗਦਾ ਮੈਨੂੰ, ਕਿ ਉਹਨਾਂ ਦਿਨਾਂ 'ਚ ਮਜ਼ਾਕ ਬੜਾ ਉੱਡਦਾ ਹੈ। ਜੇ ਇੱਕ ਮਜ਼ਾਕ ਦਾ ਦੌਰ ਚੱਲ ਰਿਹਾ ਫਿਰ ਕਈ ਸਾਲ 'ਚ ਉੱਡਦਾ, ਉਹ ਮਜ਼ਾਕ ਹੀ ਉੱਡਿਆ ਹੋਊਗਾ, ਕਿਉਂਕਿ ਗਾਣੇ ਰਿਕਾਰਡ ਹੋਣਾ ਇੱਕ ਜਿਹੜਾ ਹੋਰ ਚੀਜ਼ ਹੈ, ਗਾਣਿਆਂ ਦਾ ਮਜ਼ਾਕ ਉਡਵਾਉਣਾ ਜਾਂ ਉੱਡਣਾ ਹੋਰ ਚੀਜ਼ ਹੈ, ਗਾਣੇ ਰਿਕਾਰਡ ਹੋਣ ਦਾ ਤਰੀਕਾ ਹੀ ਹੋਰ ਹੈ। ਮਤਲਬ ਉਹ ਕਿਵੇਂ ਹੁੰਦਾ ਸੀ, ਉਹ ਬਹੁਤ, ਜਿਵੇਂ ਸਦੀਕ ਸਾਹਿਬ ਕੋਲੇ ਮੈਂ ਜਾਂਦਾ, ਉਹ ਬਹੁਤ ਹੀ ਤਰੀਕੇ ਸਲੀਕੇ ਨਾਲ ਮੈਨੂੰ ਬਿਠਾਉਂਦੇ, ਕਾਕਾ ਕਾਕਾ ਕਰਕੇ ਚਾਹ ਵੀ ਪਿਆਉਂਦੇ, ਪਾਣੀ ਵੀ ਮਤਲਬ ਮਿਲਦਾ, ਬਿਸਕੁਟ ਵੀ ਮਿਲਣ ਲੱਗ ਗਏ ਸੀ ਬਾਅਦ 'ਚ ਆ ਕੇ, ਗਾਣੇ ਸੁਣਦੇ ਅਤੇ ਨਾਲ ਦੱਸਦੇ ਵੀ ਕਿ ਇਹਦੇ 'ਚ ਆ ਨਹੀਂ ਚਾਹੀਦਾ ਜਰਨੈਲ, ਇੱਦਾਂ ਹੁੰਦਾ ਇੱਦਾਂ ਹੁੰਦਾ। ਮਤਲਬ ਜੇ ਸਹੀ ਮੈਨੇ 'ਚ ਤੁਸੀਂ ਗੁਰੂ ਦੀ ਗੱਲ ਕੀਤੀ, ਗੀਤਕਾਰੀ ਦਾ ਮਤਲਬ ਗੁਰੂ ਦਾ ਦਰਜਾ ਵੀ ਜਿਵੇਂ ਮੁਹੰਮਦ ਸਦੀਕ ਸਾਹਿਬ ਨੂੰ ਦੇ ਦੇਵਾਂ ਤਾਂ ਕੋਈ ਮਤਲਬ ਅਤਕਥਨੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਮੇਨ ਹੁੱਕ ਲਾਈਨ ਹੁੰਦੀ ਹੈ ਇਹਦੀ ਵੈਲਿਊ ਹੈ, ਇਹਨੂੰ ਇਸ ਤਰੀਕੇ ਨਾਲ ਇੱਦਾਂ ਲਿਖਣਾ ਚਾਹੀਦਾ ਕਿ ਲੋਕਾਂ ਦੇ ਕੰਨਾਂ 'ਚ ਵੱਜੇ, ਠੀਕ ਹੈ, ਕਿਉਂਕਿ ਉਹ ਚੀਜ਼ਾਂ ਨਹੀਂ ਸਮਝਾਉਂਦੇ, ਉਹ ਉੱਥੇ ਮਜ਼ਾਕ ਹੀ ਉੱਡਦਾ। ਮੈਨੂੰ ਇੱਕ ਵੱਡੀ ਗੱਲ ਇਹ ਕਿ ਕੋਈ ਕਰਮ ਇੱਦਾਂ ਦਾ ਸੀਗਾ ਮੇਰਾ, ਉਸ ਕੋਠੀ 'ਚ ਕਦੇ ਮਜ਼ਾਕ ਨਹੀਂ ਉੱਡਿਆ, ਨਾ ਉਹਦੇ ਬਾਹਰ ਗੇਟ ਖਲਾਉਣ ਵੇਲੇ, ਨਾ ਉਹਦੇ ਅੰਦਰ ਵੜ ਕੇ। ਮਤਲਬ ਮੈਨੂੰ ਉੱਥੋਂ ਜੋ ਮਿਲਿਆ, ਮਤਲਬ ਬਹੁਤ ਹੀ ਮਿਲਿਆ ਜਿਹਨੂੰ ਕਹਿੰਦੇ ਹੁੰਦੇ ਆ। ਗਲਤੀ ਮੇਰੀ ਇਹ ਕਹਿ ਸਕਦੇ ਹਾਂ ਮੈਂ, ਇੱਥੇ ਮੈਨੂੰ ਕਵਾਲ ਕਰਨ 'ਚ ਕੋਈ ਮਤਲਬ ਝਿਜਕ ਨਹੀਂ ਹੋਣੀ ਚਾਹੀਦੀ। ਜਦੋਂ ਮੇਰੇ ਇੱਕ ਜਗ੍ਹਾ ਦੇ ਉੱਤੇ ਜਾਣਾ ਆਉਣਾ ਸ਼ੁਰੂ ਹੋ ਗਿਆ, ਗੱਲ ਸੁਣਨੀ ਸ਼ੁਰੂ ਹੋ ਗਈ, ਤਾਂ ਮੈਨੂੰ ਉਹ ਦਫ਼ਤਰਾਂ ਦੀ ਬਣ ਗਈ ਚੱਖਣ ਦੀ ਲੋੜ ਨਹੀਂ ਸੀ। ਜੇ ਨਾ ਚੱਕਦੇ ਤਾਂ ਸ਼ਾਇਦ ਆਪਾਂ ਨੂੰ ਇਹ ਸੰਘਰਸ਼ ਦਾ ਪਤਾ ਨਾ ਲੱਗਦਾ। ਪਰ ਹਾਂ, ਉੱਥੋਂ ਦੀ ਹਕੀਕਤ ਵੀ ਇੰਨੀ ਗੰਭੀਰਤਾ ਨਾਲ ਅਸੀਂ ਨਾ ਕਰ ਸਕਦੇ, ਕਿਉਂਕਿ ਘਮਾਨ ਸਾਹਿਬ ਤੁਹਾਡੇ ਨਾਲ ਨਹੀਂ, ਬਹੁਤ ਸਾਰੇ ਲੋਕਾਂ ਨਾਲ ਇਹੀ ਕੁਝ ਵਾਪਰਦਾ ਰਿਹਾ। ਬਠਿੰਡੇ ਵੀ ਮੇਰੇ ਯਾਦ ਹੈ, ਕਹਿੰਦੇ ਕੋਈ ਗੀਤਕਾਰ ਆਇਆ, ਕਹਿੰਦਾ ਇਹ ਗੀਤ ਦੇਣੇ ਆ, ਉਹਨੂੰ ਕਿਸੇ ਨੇ ਸ਼ਾਇਦ ਦੱਸ ਕੇ ਤੁਰੇ ਹੋਊਗੇ ਗੀਤ ਵੇਚਦੇ ਹੁੰਦੇ ਆ, ਕਹਿੰਦੇ ਗੀਤ ਵੇਚਣੇ ਆ। ਗਾਂ ਵਾਲੇ ਉੱਥੇ ਹੋਰ ਬੈਠੇ ਸੀ, ਤੋਲ ਕੇ ਲਵਾਂਗੇ। ਬੰਦੇ ਦਾ ਤਾਂ ਮਜ਼ਾਕ ਉੱਡ ਗਿਆ। ਔਰ ਤੁਹਾਡੇ ਯਾਦ ਹੋਣਾ, ਜਦੋਂ ਮੈਂ ਮਿਊਜ਼ਿਕ ਟਾਈਮਜ਼ ਦੇ ਵਿੱਚ ਕਵਰ ਕਰਿਆ ਸੀ ਤਾਂ ਉੱਥੇ ਬਾਈ ਮੇਜਰ ਰਾਜਸਥਾਨੀ ਹੋਰਾਂ ਨੇ ਕਈ ਗੱਲਾਂ ਦੇ ਖੁਲਾਸੇ ਕੀਤੇ ਸੀ ਕਿ ਕਿਵੇਂ ਕਿਵੇਂ ਲੋਕਾਂ ਨੇ ਛਿੱਲ ਲਹਾਈ ਉਹਨਾਂ ਦੀ ਗੀਤਕਾਰਾਂ ਦੀ, ਅਤੇ ਅਸੀਂ ਉਹਨਾਂ ਦੇ ਕੱਪੜੇ ਤੱਕ ਕੋਲੋਂ ਪਵਾ ਕੇ ਤੋਰੇ ਸੀ। ਉਹ ਬੜਾ ਕੁਛ ਉਹਨਾਂ ਵੇਲਿਆਂ 'ਚ ਹੁੰਦਾ ਰਿਹਾ, ਹੁਣ ਵੀ ਹੁੰਦਾ। ਅਤੇ ਪਰ ਨਹੀਂ, ਹੁਣ ਤਾਂ ਜ਼ਿਆਦਾ ਹੁੰਦਾ, ਹੁਣ ਤਾਂ ਬਲਕਿ ਕਿੱਲੇ ਵਿਕਦੇ ਆ। ਉਦੋਂ ਤਾਂ ਫਿਰ ਵੀ ਮੇਰੇ ਵਰਗਾ 7 ਰੁਪਈਆਂ ਨਾਲ ਸਾਰਦਾ ਰਿਹਾ, ਹੁਣ ਤਾਂ ਕਿੱਲੇ ਵਿਕਦੇ ਆ। ਹੁਣ ਇਹ ਗੱਲਾਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਦੇ ਜ਼ਿੰਦਗੀ ਦਾ ਹਿੱਸਾ ਹੀ ਨੇ। ਹੁਣ ਮੈਂ ਗਿਆ ਲੁਧਿਆਣੇ, ਕਿਉਂਕਿ ਇੱਕ ਤੋਂ ਬਾਅਦ ਦੂਜਾ ਤੀਜਾ ਦਰਵਾਜ਼ੇ ਸਾਰਿਆਂ ਦੇ ਕੁੰਡੇ ਖੜਕਾਉਂਦਾ ਇਨਸਾਨ, ਉਹਨੂੰ ਲੱਗਦਾ ਇੱਥੋਂ ਖੈਰ ਪੈ ਜਾਊਗੀ। ਮੈਂ ਆਉਣਾ ਜਾਣਾ ਮੇਰਾ ਸ਼ੁਰੂ ਹੋ ਗਿਆ ਸੁਰਿੰਦਰ ਸ਼ਿੰਦਾ ਭਾਜੀ ਦੇ ਘਰੇ। ਛੋਟਿਆ ਬਹਿ ਜਾਵੇ, ਉਹਨਾਂ ਨੇ ਕਿਹਾ ਆਪਣੇ ਸਟਾਈਲ 'ਚ। ਹਾਂ, ਚਲੋ ਕਿਸੇ ਨਾ ਕਿਸੇ ਤਰੀਕੇ ਜਿਹੜੇ ਉੱਥੇ ਦਫ਼ਤਰਾਂ ਵਾਲੇ ਹੁੰਦੇ ਨੇ ਨਾ, ਉਹਨਾਂ 'ਚ ਕੁਛ ਬੰਦੇ ਤੁਹਾਨੂੰ ਤੁਹਾਡੇ ਭੋਲੇਪਣ ਨੂੰ ਸਹੀ ਤਰੀਕੇ ਨਾਲ ਲੈ ਕੇ ਵੀ ਤੁਹਾਨੂੰ ਡੀਲ ਕਰਨ ਲੱਗ ਜਾਂਦੇ ਆ। ਉੱਥੇ ਇੱਕ ਭਾਜੀ ਹੁੰਦੇ ਆਪਣਾ ਬੰਸੀ ਭਾਜੀ, ਜਿਹੜੇ ਢੋਲਕ ਤਬਲੇ 'ਤੇ ਜਾਂਦੇ ਹੁੰਦੇ, ਕਈ ਆਰਟਿਸਟ ਮੋਟੇ ਜਿਹੇ ਭਾਰੇ ਜਿਹੇ, ਉਹ ਸਿੰਧਾ ਸਾਹਿਬ ਨਾਲ ਵੀ ਜਾਂਦੇ ਹੁੰਦੇ। ਉਹਨਾਂ ਨਾਲ ਇੱਕ ਦੋ ਵਾਰੀ ਮਿਲੇ, ਉਹ ਕਹਿੰਦੇ ਤੁਹਾਨੂੰ ਸਿੰਧਾ ਸਾਹਿਬ ਨੂੰ ਮਿਲਾ ਦਿੰਦੇ ਹਾਂ, ਅਤੇ ਅਸੀਂ ਸਿੰਧਾ ਸਾਹਿਬ ਨੂੰ ਮਿਲੇ ਅਤੇ ਆਉਣਾ ਜਾਣਾ ਹੋ ਗਿਆ। ਕੁਦਰਤੀ ਗੱਲ, ਮੈਂ ਸਦੀਕ ਸਾਹਿਬ ਦੀ ਕੋਠੀ ਤੋਂ ਨਿਕਲਿਆ ਤਾਂ ਉੱਥੇ ਉਹਨਾਂ ਦਾ ਕੋਈ ਖਾੜਾ ਬੁੱਕ ਕਰਾਉਣ ਆਏ, ਤੁਹਾਡੇ ਪਿੰਡਾਂ ਦੇ ਨੇੜੇ ਦੇ ਤਪੇ ਦੇ ਪਿੰਡਾਂ ਕੋਲ ਦੇ ਮੁੰਡੇ। ਮਤਲਬ ਉਹ ਇੰਨਾ ਕਿ ਇੱਕ ਘਟਨਾ ਸੀ ਛੋਟੀ ਜੀ, ਜਿਹੜੀ ਕਿ ਮੈਨੂੰ ਉਹ ਚੀਜ਼ ਨਸੀਹਤ ਦੇਣ ਵਾਸਤੇ ਵਾਪਰੀ ਹੋਣੀ। ਉਹ ਮੁੰਡੇ ਆਏ, ਸਦੀਕ ਸਾਹਿਬ ਦੀ ਡੇਟ ਵੇਲੀ ਨਹੀਂ ਸੀ, ਉਦੋਂ ਬਾਅਦ ਚਮਕੀਲੇ ਦਫ਼ਤਰ ਗਏ, ਚਮਕੀਲੇ ਦੀ ਡੇਟ ਵੇਲੀ ਨਹੀਂ ਸੀ। ਤਾਂ ਮੈਂ 2 ਕੁ ਵਾਰੀ ਸ਼ਿੰਦਾ ਸਾਹਿਬ ਦੇ ਘਰੇ ਦਫ਼ਤਰ ਜਾ ਆਇਆ ਸੀ, ਅਤੇ ਕਹਿੰਦੇ ਬਾਈ ਹੋਰ ਨਹੀਂ ਕੋਈ ਨਿਗਾਹ। ਉੱਥੋਂ ਅਸੀਂ ਸਾਰੇ ਤੁਰ ਕੇ ਆਏ, ਸਰਦਾਰਾਂ ਦੇ ਮੁੰਡੇ ਸੀ ਚੰਗੇ ਤਕੜੇ। ਤੁਸੀਂ ਨਾਲ ਹੋ ਗਏ ਉਹਨਾਂ ਨਾਲ ਹੋ ਗਏ, ਉਹਨਾਂ ਨੇ ਮੈਨੂੰ ਨਾਲ ਕਰ ਲਿਆ ਜਾਂ ਮੈਂ ਉਹਨਾਂ ਨਾਲ ਹੋ ਗਿਆ। ਹਾਂ, ਇੱਦਾਂ ਦੀ। ਅਤੇ ਉਹ ਅਸੀਂ ਗਏ, ਅਸੀਂ ਨੇ ਸ਼ਿੰਦਾ ਸਾਹਿਬ ਦਾ ਖਾੜਾ ਬੁੱਕ ਕਰਾਤਾ, ਉਹਨਾਂ ਪਿੰਡਾਂ ਦਾ ਖਾੜਾ ਬੁੱਕ ਕਰਾਇਆ। ਤਾਂ ਉਹਨਾਂ ਪਿੰਡਾਂ ਦੇ ਉੱਦੇ ਉਹਨਾਂ ਦੇ 2 ਖਾੜੇ ਸੀ ਉੱਥੇ, ਠੀਕ। ਜਦੋਂ ਮੈਂ ਪਹਿਲਾਂ ਜਾਂਦਾ ਹੁੰਦਾ ਸ਼ਿੰਦਾ ਸਾਹਿਬ ਦੀ ਕੋਠੀ, ਤਾਂ ਮੈਨੂੰ ਇਹਨਾਂ ਨੇ ਕਿਹਾ ਇੱਕ ਵਾਰੀ ਕਿ ਵੀ ਤੁਸੀਂ ਕੋਈ ਅਪੇਰਾ ਲਿਖੋ, ਕਿਉਂਕਿ ਸ਼ਿੰਦਾ ਸਾਹਿਬ ਦੇ ਅਪੇਰੇ ਹਿੱਟ ਹੁੰਦੇ ਜੋਣਾ ਮੋੜ। ਤਾਂ ਮੈਂ ਸ਼ਹੀਦ ਊਧਮ ਸਿੰਘ ਹੋਰਾਂ ਦਾ ਅਪੇਰਾ ਲਿਖਿਆ, ਤਾਂ 10 ਛੰਦਾਂ ਦੇ ਵਿੱਚ, 10 ਤਰ੍ਹਾਂ ਦੀਆਂ ਤਰਜ਼ਾਂ 'ਚ, ਜਿਵੇਂ ਆਪਾਂ ਛੰਦਾਬੰਦੀ ਕਹਿ ਸਕਦੇ ਹਾਂ। ਅਤੇ ਉਹਦੇ ਨਾਲ ਕਮੈਂਟਰੀ ਲਿਖੀ, ਮੈਂ ਪੂਰੀ ਇੱਕ ਕਾਪੀ ਤਿਆਰ ਕੀਤੀ, ਅਪੇਰਾ ਸ਼ਹੀਦ ਊਧਮ ਸਿੰਘ ਨਾਮੀ। ਉਹ ਮੈਂ ਗਿਆ ਤਾਂ ਇੱਕ ਵਾਰੀ ਜਦੋਂ ਮੈਂ ਗਿਆ ਤਾਂ ਇਹ ਪ੍ਰੋਗਰਾਮ 'ਤੇ ਨਿਕਲਣ ਲੱਗੇ ਤਾਂ ਬੈਨ, ਉਦੋਂ ਚਿੱਟੀਆਂ ਬੈਨਾਂ ਕਾਫੀ ਮਸ਼ਹੂਰ ਹੁੰਦੀਆਂ, ਸਾਰਿਆਂ ਕੋਲ ਹੀ ਹੁੰਦੀਆਂ, ਸਦੀਕ ਸਾਹਿਬ ਕੋਲ ਵੀ ਹੋਈ ਹੁੰਦੀ, 77 ਨੰਬਰ ਜਿਹੜੀ ਮੈਂ ਗੱਲ ਕਰਦਾ ਹੁੰਦਾ, ਇਹਨਾਂ ਕੋਲ ਵੀ ਵੈਨ ਹੁੰਦੀ। ਬੈਨ ਗੱਡੀਆਂ 'ਚ ਹੀ ਇਹ ਆਰਟਿਸਟ ਸਾਰੇ ਜਾਂਦੇ ਹੋ, ਕਿਉਂਕਿ ਸਾਰੇ ਇੱਕ ਗੱਡੀ ਸਾਰੇ ਆ ਜਾਂਦੇ ਹੁੰਦੇ। ਤਾਂ ਮੈਂ ਗਿਆ ਤਾਂ ਜਾਂਦਿਆਂ ਨੂੰ ਇਹ ਤੁਰਨ ਲੱਗੇ ਸੀ, ਤਾਂ ਮੈਂ ਕਿਹਾ ਭਾਜੀ ਆ ਮੈਂ ਲੈ ਆਇਆ ਲਿਖ ਕੇ ਅਪੇਰਾ।
ਉਹ ਕਾਰ ਦੇ ਵਿੱਚ ਇੱਕ ਉੱਤੇ ਜਗ੍ਹਾ ਬਣੀ ਹੁੰਦੀ ਹੈ ਜੀ ਧੁੱਪ ਨੂੰ ਆਪਾਂ ਢੱਕਣ ਵਾਸਤੇ, ਸਹੀ ਹੈ। ਤੇ ਉੱਥੇ ਉਹ ਕਾਪੀ ਮੇਰੇ ਸਾਹਮਣੇ ਰੱਖੀ ਗਈ। ਮੇਰੇ ਸਾਹਮਣੇ ਕਾਪੀ ਰੱਖੀ। ਕੁਝ ਦਿਨਾਂ ਬਾਅਦ ਉਹ ਇਹ ਪ੍ਰੋਗਰਾਮ ਵਾਲੀ ਘਟਨਾ ਵਾਪਰ ਗਈ ਕਿ ਵੀ ਉਹ ਪ੍ਰੋਗਰਾਮ ਬੁੱਕ ਕਰਾਉਣਾ ਸੀ। ਇੱਧਰ ਸਪੀਕ ਸਾਹਿਬ ਕੋਲੇ ਡੇਟ ਨਹੀਂ ਸੀ, ਚਮਕੀਲੇ ਕੋਲੇ ਡੇਟ ਨਹੀਂ ਸੀ, ਸ਼ਿੰਦਾ ਸਾਹਿਬ ਕੋਲੇ ਡੇਟ ਬੁੱਕ ਹੋ ਗਈ। ਉਹ ਮੁੰਡਿਆਂ ਨੇ ਮੇਰੇ ਨਾਲ ਜਾ ਕੇ ਉਹ ਖਾੜਾ ਬੁੱਕ ਕਰ ਲਿਆ। ਹੁਣ ਮੈਂ ਤਾਂ ਕੋਈ ਵਿਚੋਲਗੀ ਨਹੀਂ ਕਰਦਾ ਸੀ, ਨਾ ਮੈਂ ਕੋਈ ਸੈਕਟਰੀ ਸੀ, ਉਹਨਾਂ ਤਾਂ ਇੱਕ ਵੈਸੇ ਇੱਕ ਪਿੰਡਾਂ ਦੇ ਹੋਣ ਦੇ ਨਾਤੇ ਉਹ ਕਰ ਲਈ। ਉਹ ਮੁੰਡੇ ਨੇ ਇੱਕ ਗੱਲ ਕਹੀ, ਕਹਿੰਦੇ ਬਾਈ ਤੂੰ ਇਸ ਖਾੜੇ 'ਚ ਆਉਣਾ, ਵਿਹਲੇ ਮੁੰਡੇ ਨੇ। ਮੈਂ ਕਿਹਾ ਯਾਰ ਮੈਂ ਕੀ ਕਰੂੰਗਾ, ਆਪਣਾ ਹੋ ਗਿਆ ਕੰਮ ਬਾਤ ਹੈ ਨਾ। ਕਹਿੰਦਾ ਨਹੀਂ ਬਾਈ, ਕਹਿੰਦਾ ਤੂੰ ਸਾਡੀ ਇੰਨੀ ਮਦਦ ਕੀਤੀ ਹੈ ਯਾਰ। ਉਹ ਚੰਗੇ ਖਾਨਦਾਨ ਸੀ ਮੁੰਡਾ, ਚੰਗਾ ਤਕੜਾ ਘਰ ਸੀ। ਜਦੋਂ ਅਸੀਂ ਗਏ ਉਹ ਕਹਿੰਦਾ ਮੈਂ ਪਿੰਡ ਆਊਂਗਾ। ਉਹਨੇ ਮੇਰੇ ਤੋਂ ਐਡਰੈਸ ਲਿਆ। ਉਹ ਬਕਾਇਦਾ ਤੌਰ 'ਤੇ ਆਪਣਾ ਸਾਡੇ ਪਿੰਡ ਆ ਕੇ ਕਾਰਡ ਦੇ ਕੇ ਗਏ ਵਿਆਹ ਦਾ। ਉਹ ਮੈਨੂੰ ਵਿਆਹ ਦਾ ਕਾਰਡ ਦੇਣ ਆ ਗਏ, ਜਿੱਥੇ ਮੈਂ ਬਿਜਲੀ ਦਾ ਕੰਮ ਕਰਦਾ ਸੀ, ਮੋਟਰਾਂ ਦਾ। ਐਡਰੈਸ ਦੇ ਕੇ ਆਇਆ ਸੀ ਮੈਂ, ਤਾਂ ਉਹ ਦੁਕਾਨ ਦੇ ਬਾਹਰ ਹੀ ਟੇਬਲ ਲੱਗਿਆ ਹੁੰਦਾ ਮਕੈਨਿਕ ਦਾ। ਤਾਂ ਉੱਥੇ ਉਹ ਆਏ ਮੁੰਡੇ, ਤਾਂ ਚਲੋ ਮੈਂ ਚਾਹ ਪਾਣੀ ਪਿਆ ਕੇ ਵਧੀਆ ਕਿ ਬੰਦਿਆਂ ਨੇ ਐਡੀ ਦੂਰੋਂ ਚੱਲ ਕੇ ਆਏ ਤਪੇ ਕੋਲੋਂ। ਤਪੇ ਦੇ ਖੱਬੇ ਹੱਥ ਕੋਈ ਪਿੰਡ ਸੀ ਇਹਨਾਂ ਦਾ, ਜਦੋਂ ਆਪਾਂ ਬਠਿੰਡੇ ਵੱਲ ਨੂੰ ਜਾਂਦੇ ਹਾਂ। ਅਤੇ ਸ਼ਿੰਦਾ ਸਾਹਿਬ ਦਾ ਉੱਦਾਂ ਇੱਕ ਸੱਜੇ ਹੱਥ ਕੋਈ ਫਾਟਕ ਲੰਘ ਕੇ ਕੋਈ ਪਿੰਡ 'ਤੇ ਖੜਾ ਸੀਗਾ। ਤਾਂ ਉਦੋਂ ਮੋਬਾਈਲ ਤਾਂ ਨਹੀਂ ਸੀਗੇ। ਤਾਂ ਅਸੀਂ ਜਦੋਂ ਉਹ ਵਿਆਹ 'ਤੇ ਮੈਂ ਗਿਆ, ਤਿੰਨ ਕੁ ਦਿਨ ਦਾ ਹੁੰਦਾ ਹੋ ਜਾਂਦਾ ਸੀ ਵਿਆਹ ਉਦੋਂ ਪਿੰਡਾਂ 'ਚ। 2 ਦਿਨ ਮੈਂ ਪਹਿਲਾਂ ਬੁਲਾਇਆ ਉਹਨੇ ਮੁੰਡੇ ਨੇ ਕਿ ਆਓ ਬਈ ਸਾਰਾ ਪੂਰਾ ਕੰਮ ਸੀ ਫਿਰ ਤਾਂ ਪੂਰਾ। ਅਤੇ ਕਹਿੰਦੇ ਵੀ ਤੁਸੀਂ ਕਲਾਕਾਰ ਵਾਲਾ ਪਾਸਾ ਭਾਜੀ ਤੁਸੀਂ ਸਾਹਮਣੇ। ਉਹਨਾਂ ਨੇ ਮੈਨੂੰ ਕਿਹਾ। ਤਾਂ ਉੱਥੇ ਨਾਲ ਦੇ ਪਿੰਡ ਪਹਿਲਾਂ ਇਹਨਾਂ ਦਾ ਖਾੜਾ ਸੀ, ਉੱਥੋਂ 5-7-10 ਕਿਲੋਮੀਟਰ 'ਤੇ ਪਤਾ ਹੀ ਹੁੰਦਾ ਕਿ ਫਲਾਣੇ ਪਿੰਡ ਖਾੜਾ ਹੈ। ਤਾਂ ਇੱਕ ਗੱਡੀ ਭੇਜੀ ਗਈ ਕਿ ਵੀ ਤੁਸੀਂ ਐਂ ਕਰੋ, ਉਹਨੂੰ ਨਾਲ ਸਕਾਊਟ ਕਰਕੇ ਲੈ ਆਇਓ ਕਿ ਕਿੱਥੇ ਗਾਉਣਗੇ। ਉਹ ਪਹਿਲਾਂ ਹੀ ਪਿੰਡ ਦਾ ਖਾੜਾ ਖਤਮ ਹੋਇਆ, 3 ਵਜੇ ਸਾਡਾ ਲੱਗਣਾ ਸੀ ਜਾਂ 2:30 ਵਜੇ। ਤਾਂ ਅਸੀਂ ਉਹਨਾਂ ਪਿੰਡਾਂ 'ਚੋਂ ਇਹਨਾਂ ਨੂੰ ਲੈਣ ਗਏ, ਤਾਂ ਰਸਤੇ 'ਚ ਫਾਟਕ ਬੰਦ ਸੀ। ਤਾਂ ਸ਼ਿੰਦਾ ਸਾਹਿਬ ਨੂੰ ਮਿਲੇ ਕਰੇ ਕਰਦੇ ਸੁਖ ਸਲਾਮ ਹੋਈ, ਆ ਗਏ। ਤਾਂ ਆ ਕੇ ਚਲੋ ਜੀ ਅਸੀਂ ਇਹਨਾਂ ਨੂੰ ਚਾਹ ਚੂ ਪਿਆਉਣ ਦੇ ਚੁਬਾਰੇ 'ਚ ਬਿਠਾਇਆ ਕਰਿਆ। ਤਾਂ ਜਦੋਂ ਬੰਸੀ ਅਤੇ ਮੈਂ ਥੱਲੇ ਗੱਡੀ 'ਚ ਖੜੇ ਦੋਨੇ, ਹੁੰਦਾ ਨਾ ਕਿ ਇਹਨਾਂ ਲੋਕਾਂ ਨਾਲ ਦੋਸਤੀ 'ਚ ਬਣਾਉਣੀ ਪੈਂਦੀ ਹੈ, ਅਤੇ ਉਹ ਬਣੀ ਹੋਈ ਸੀ ਮੇਰੀ। ਤਾਂ ਜਦੋਂ ਮੈਂ ਦੇਖਿਆ ਉਹ ਕਾਪੀ ਦੀ ਮੈਨੂੰ ਨਕੋਰ ਦਿਖੀ ਥੋੜ੍ਹੀ ਜਿਹੀ, ਜਾਣੀ ਕਿ ਉਹ ਕਾਪੀ ਉੱਥੇ ਹੀ ਪਈ ਸੀ। ਕਿੰਨੇ ਦਿਨ ਮਹੀਨੇ ਪੁਰਾਣੀ ਸੀ ਕੀ ਸੀ, ਇਹ ਗੱਲ ਭਾਜੀ ਨੂੰ ਮੈਂ ਅੱਜ ਤੱਕ ਜ਼ਿਕਰ ਨਹੀਂ ਕੀਤਾ। ਜਾਂ ਤਾਂ ਉਹਨਾਂ ਦੇ ਯਾਦ ਨਹੀਂ ਆਈ, ਜਾਂ ਕਿਸੇ ਨੇ ਯਾਦ ਨਹੀਂ ਕਰਾਈ, ਜਾਂ ਉਹ ਇਸ ਗੱਲ ਵਾਸਤੇ ਬਣੀ ਸੀ ਕਿ ਅੱਜ ਉਹਦੀ ਗੱਲ ਕਰਨੀ ਪੈ ਰਹੀ ਹੈ। ਹੁਣ ਉਹ ਖਾੜਾ ਖਤਮ ਹੋਇਆ, ਉਹ ਕੌਣ ਮੁੰਡੇ ਸੀ ਕੌਣ ਕੀ ਸੀ, ਮੁੜ ਕੇ ਉਦੋਂ ਬਾਅਦ ਸਿੱਧਾ CMC ਦੇ ਵਿੱਚ ਸ਼ਿੰਦਾ ਸਾਹਿਬ ਦੀ ਇੱਕ ਕੈਸਟ ਆਈ ਸੀ। ਉਦੋਂ ਹੀ ਮਤਲਬ ਮੈਂ ਉਹਨਾਂ ਦੇ ਦਰਸ਼ਨ ਕੀਤੇ। ਅੱਜ ਤੱਕ ਜਾਣੀ ਕਿ ਇੰਨੇ ਸਾਲਾਂ 'ਚ ਉਹ ਕਾਪੀ ਦਾ ਜ਼ਿਕਰ ਮੈਂ ਪਹਿਲੀ ਵਾਰੀ ਕਰ ਰਿਹਾ। ਮਤਲਬ ਇੱਦਾਂ ਦੀਆਂ ਚੀਜ਼ਾਂ ਨੇ, ਇਹ ਜਾਣੇ ਅਣਜਾਣੇ ਹੁੰਦੀਆਂ ਨੇ, ਜਾਂ ਵੈਸੇ ਇੰਨਾ ਕੁਛ ਕਿੰਨਾ ਇਹਨਾਂ ਕੋਲੇ ਆਉਂਦਾ ਆਰਟਿਸਟਾਂ ਕੋਲੇ, ਜਾਂ ਇੱਦਾਂ ਦੇ ਕਿੰਨੇ। ਹੁਣ ਸੁਪਨਾ ਮੇਰਾ ਝੂਟੇ ਲੈਂਦਾ ਫਿਰਿੰਗਾ ਉਸ ਕਿੰਨੀ ਦੂਰ ਤੱਕ। ਪਰ ਉਹ ਮੈਂ ਕੀ ਕੀਤਾ, ਚੁੱਪ ਕੇ ਜੇ ਉਹ ਬੰਸੀ ਨੂੰ ਕਿਹਾ, ਮੈਂ ਕਿਹਾ ਭਰਾਵਾ ਆ ਮੈਂ ਕਾਪੀ ਕੱਢ ਲਈ ਵਿੱਚੋਂ, ਅਤੇ ਇਹ ਹੁਣ ਦੱਸੀ ਨਾ। ਉਹ ਕਾਪੀ ਕਿੰਨੇ ਸਾਲਾਂ ਤੱਕ ਮੇਰੇ ਕੋਲ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਪਈ ਹੋਵੇ। ਉਹ ਮੇਰਾ ਮਤਲਬ ਐਂ ਗੇੜੇ ਖਾਂਦਾ ਫਿਰਿੰਗਾ। ਇੱਦਾਂ ਦੀਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਗੀਤਕਾਰ ਦਾ ਇੱਕ ਸੁਪਨਾ ਜਨਮ ਲੈਂਦਾ ਹੈ, ਮਰਦਾ ਹੈ, ਜਨਮ ਲੈਂਦਾ, ਮਰਦਾ, ਜਨਮ ਲੈਂਦਾ, ਮਰਦਾ। ਮਤਲਬ ਉਹ ਸੁਪਨਿਆਂ ਦੀ ਮੰਡੀ ਤਾਂ ਹੈ ਕਿਉਂਕਿ ਸੁਪਨਿਆਂ ਨੇ ਬਣਨਾ ਟੁੱਟਣਾ, ਬਣਨਾ ਟੁੱਟਣਾ ਹੈਗਾ। ਉੱਥੇ ਸੁਪਨੇ ਵਿਕਦੇ ਵੀ ਨੇ, ਉੱਥੇ ਸੁਪਨੇ ਗੁੰਮਰਾਹ ਵੀ ਹੁੰਦੇ ਨੇ, ਅਤੇ ਸੁਪਨੇ ਕਤਲ ਵੀ ਹੁੰਦੇ ਨੇ। ਕਮਾਨ ਸਾਹਿਬ, ਉਹ ਜਦੋਂ ਇਹ ਸਾਰਾ ਕੁਝ ਵਾਪਰਦਾ ਉਦੋਂ ਬਾਅਦ ਤੁਸੀਂ ਪੇਸ਼ਕਾਰ ਬਣ ਜਾਂਦੇ ਹੋ, ਇੱਕ ਵੱਡਾ ਨਾਮ ਬਣ ਜਾਂਦਾ ਕੰਪਨੀ ਦਾ ਵੀ, ਤੁਹਾਡਾ ਵੀ। ਫਿਰ ਆ ਜਿੰਨੇ ਕੁ ਲੋਕਾਂ ਦਾ ਅਸੀਂ ਨਾਂ ਲਿਆ ਸ਼ੋਸ਼ਣ ਕਰਨ ਵਾਲਿਆਂ ਦਾ, ਇਹਨਾਂ ਨਾਲ ਕਿਸੇ ਨਾਲ ਤੁਹਾਡਾ ਸਾਹਮਣਾ ਹੋਇਆ, ਜਾਂ ਬਾਅਦ 'ਚ ਆਏ ਹੋਣ ਬੰਦੇ ਅਤੇ ਨਿੰਮੋ ਝਾਣੇ ਜਿਹੇ ਹੋ ਗਏ ਹੁਣ ਕਿ ਯਾਰ ਆਹ ਬੰਦੇ ਨਾਲ ਤੁਸੀਂ ਐਂ ਕਰਦੇ? ਨਹੀਂ, ਉਹਨਾਂ ਦਿਨਾਂ 'ਚ ਕੀ ਹੁੰਦਾ ਨਾ, ਇੱਕ ਤਾਂ ਤੁਸੀਂ ਵੈਸੇ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਯਾਰ ਇਹਨਾਂ ਲੋਕਾਂ ਨਾਲ ਆਪਣੀ ਕੋਈ ਹੋਈ ਨਹੀਂ ਹੈਗੀ, ਸਾਂਝ ਹੀ ਨਹੀਂ ਹੈਗੀ। ਇਹ ਚੀਜ਼ ਹੋਰ ਹੈ, ਆਪਾਂ ਹੋਰ ਹੈਗੇ। ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਫਿਰ ਉਹ ਕਿਸੇ ਗਾਣੇ 'ਚ ਹੀ ਕਹਿ ਸਕਦੇ ਹੋ ਵੀ ਕਲਾਕਾਰਾਂ ਦੇ ਕਲਰਕ, ਲੀਡਰਾਂ ਦੇ PA ਅਤੇ ਗਨਮੈਨ ਵੀ, ਜਿਵੇਂ ਮਵਿੰਦਰ ਗੇਲੇ 'ਚ ਕਿਹਾ ਸੀ। ਹੋਰ ਕੁਛ ਕਹਿਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਫ਼ਰਕ ਹੁੰਦਾ। ਉਦੋਂ ਬਾਅਦ ਤੁਸੀਂ ਕੰਪਨੀ ਦੇ ਮਾਲਕ ਬਣ ਜਾਂਦੇ ਹੋ, ਜਾਂ ਤੁਸੀਂ ਇੱਕ ਗੀਤਕਾਰ ਬਣ ਜਾਂਦੇ ਹੋ। ਇਹਨਾਂ ਨੇ ਉਹੀ ਕੁਛ ਕਰਨਾ ਹੁੰਦਾ। ਨਹੀਂ ਫਿਰ ਇਹਨਾਂ ਨੇ, ਜੇ ਤੁਸੀਂ ਇਹਨਾਂ ਨਾਲ ਰੱਖਦੇ ਹੋ ਨਾ, ਤਾਂ ਇਹਨਾਂ ਨੇ, ਮੈਨੂੰ ਲੱਗਦਾ ਕਿ ਫਿਰ ਤੁਹਾਡੇ ਨਾਂ 'ਤੇ ਲੋਕਾਂ ਤੋਂ ਪਊਏ ਲੈਣੇ ਸ਼ੁਰੂ ਕਰ ਦੇਣੇ ਹੁੰਦੇ ਨੇ। ਉਹਨਾਂ ਦਿਨਾਂ 'ਚ ਮੇਰਾ ਇੱਕ ਸਬੱਬ, ਮੈਨੂੰ ਸਭ ਤੋਂ ਵੱਡੀ ਜਿਹੜੀ ਨਸੀਹਤ ਮਿਲੀ ਉਹਨਾਂ ਦਿਨਾਂ 'ਚ, ਕਿ ਮੈਂ ਕੁਦਰਤੀ ਮੇਰਾ ਸਿੱਧਾ ਪੈ ਗਈ ਗੁੱਲੀ ਦਾਣ, ਸਦੀਕ ਸਾਹਿਬ ਨਾਲ ਮੇਰਾ ਜਿਹੜਾ ਬਾਹ ਪੈ ਗਿਆ। ਨਹੀਂ ਥੱਲੇ ਤਾਂ ਹੋ ਸਕਦਾ ਕੀ ਹੁੰਦਾ, ਕਿਉਂਕਿ ਫਿਰ ਉਹਨਾਂ ਦੀ ਨਸੀਹਤ ਮੁਤਾਬਕ ਹੀ ਚੱਲਣਾ। ਜੋ ਉਹ ਸਿਖਾਉਣਗੇ ਆਪਾਂ ਉਹੀ ਸਿੱਖਾਂਗੇ ਅਤੇ ਉਹੀ ਵਰਤਾਂਗੇ ਆਪਾਂ। ਮਤਲਬ ਤੁਹਾਡਾ ਰਸਤਾ ਹੀ ਬਦਲ ਜਾਂਦਾ। ਇਸ ਕਰਕੇ ਉਹਨਾਂ ਨਾਲ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ ਮੁੜ ਕੇ ਕਦੇ। ਸੋ ਇਹ ਜਰਨੈਲ ਘੁਮਾਣ ਹੋਰਾਂ ਦੀ ਜ਼ਿੰਦਗੀ ਦਾ ਅਗਲਾ ਸਫ਼ਾ ਸੀ, ਅਤੇ ਹੁਣ ਉਦੋਂ ਅਗਲੇ 'ਤੇ ਚੱਲਦੇ ਹਾਂ।
ਜਦੋਂ ਮੈਂ ਪਿੰਡੋਂ ਤੁਰਿਆ ਲੋਕੋ ਮੈਂ ਸਾ ਬਹੁਤ ਨਿਆਣਾ ਨਾ ਮੈਂ ਗਿਆਨੀ ਜਦੋਂ ਮੈਂ ਪਿੰਡੋਂ ਕੁੱਕ ਤੂੰ ਪਸੰਦ ਕੀਤਾ ਜਾ ਕੇ ਨੀਆਂ ਵਾਲੇ ਸੂਟ ਤੂੰ ਬਣਾਇਆ ਜਾ ਕੇ ਸ਼ਹਿਰ ਪਟਿਆਲੇ ਪੂਰਾ ਕਰਕੇ ਸ਼ਿੰਗਾਰ ਘੁੰਮੇ ਸਾਰੇ ਤੂੰ ਬਾਜ਼ਾਰ ਰਹੀ ਫਿਰਦੀ ਤੂੰ ਕਰਕੇ ਚੜਾਈਆਂ ਸਾਰਾ ਤੂੰ ਪੰਜਾਬ ਗਾ ਲਿਆ ਨੀ ਤੇਰੇ ਬੰਗਾ ਮੇਚ ਨਾ ਆਈਆਂ ਸਾਰਾ ਤੂੰ ਪੰਜਾਬ ਗਾ ਲਿਆ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਵਿੰਦਰ ਸੁਖੀ। ਅੱਜ ਮੈਂ ਗੱਲ ਕਰਨ ਲੱਗਿਆ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਮਿਊਜ਼ਿਕ ਇੰਡਸਟਰੀ ਦੀ ਮੰਨੀ ਪਰਮੰਨੀ ਸ਼ਖਸੀਅਤ ਜਰਨੈਲ ਘਮਾਣ ਸਾਹਿਬ ਉਹਨਾਂ ਬਾਰੇ, ਜਿਨ੍ਹਾਂ ਨੇ ਆਪਣੀ ਕਿਤਾਬ ਨੂੰ ਡਿਜੀਟਲ ਰੂਪ ਦਿੱਤਾ ਜਦੋਂ ਮੈਂ ਪਿੰਡੋਂ ਉਤਰਿਆ। ਸਭ ਤੋਂ ਪਹਿਲਾਂ ਮੈਂ ਘਮਾਣ ਸਾਹਿਬ ਨੂੰ ਇਸ ਗੱਲ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂ ਕਹਿੰਦੇ ਨੇ ਵੀ ਕਈ ਲੋਕ ਜਿਹੜੇ ਤੁਰਨ ਤੋਂ ਪਹਿਲਾਂ ਫਾਸਲਾ ਨਾਪਣ ਲੱਗ ਜਾਂਦੇ ਨੇ ਤੇ ਚੜ੍ਹਨ ਤੋਂ ਪਹਿਲਾਂ ਪੌੜੀ ਦੇ ਡੰਡੇ ਗਿਣ ਲੱਗ ਜਾਂਦੇ ਨੇ, ਉਹਨਾਂ ਕਿਤੇ ਪਹੁੰਚਦੇ ਨੇ ਤੁਰਦੇ ਨੇ ਉੱਥੇ ਤਿਲਕਦੇ ਰਹਿੰਦੇ ਨੇ। ਪਰ ਘਮਾਣ ਸਾਹਿਬ ਕੋਲੇ ਤੁਰਨ ਲਈ ਪੈਰ ਵੀ ਸੀ, ਪਹੁੰਚਣ ਲਈ ਮੰਜ਼ਿਲ ਵੀ ਸੀ ਤੇ ਮੰਜ਼ਿਲ ਤੇ ਪਹੁੰਚਣ ਲਈ ਰਸਤਾ ਵੀ ਸੀ। ਇਸ ਕਰਕੇ ਇਸ ਮੰਜ਼ਿਲ ਤੇ ਉਹ ਪਹੁੰਚੇ ਨੇ ਤੇ ਅੱਜ ਕੱਲ੍ਹ ਉਹਨਾਂ ਨੂੰ ਜਰਨੈਲ ਘਮਾਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਆਪਾਂ ਕਿਸੇ ਸ਼ਖਸੀਅਤ ਦੀ ਬਾਇਓਗ੍ਰਾਫੀ ਪੜ੍ਹਦੇ ਹਾਂ, ਉਹਦੀ ਜੀਵਨੀ ਪੜ੍ਹਦੇ ਹਾਂ ਤਾਂ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮੈਨੂੰ ਪੂਰਨ ਉਮੀਦ ਹੈ ਕਿ ਘਮਾਣ ਸਾਹਿਬ ਦੀ ਜਦੋਂ ਮੈਂ ਪਿੰਡੋਂ ਤੁਰਿਆ ਜਿਹੜੀ ਇਹ ਕਿਤਾਬ ਹੈ, ਇਹਨੂੰ ਦੇਖ ਕੇ ਇਹਨੂੰ ਸੁਣ ਕੇ ਕਈ ਲੋਕ ਇਹ ਤੋਂ ਪ੍ਰੇਰਨਾ ਲੈਣਗੇ ਤੇ ਹੋ ਸਕਦਾ ਭਵਿੱਖ 'ਚ ਕੀ ਹੋ ਜਰਨੈਲ ਘਮਾਣ ਪੈਦਾ ਹੋਵੇ। ਤੇ ਉਹਨਾਂ ਨੇ ਬੜੇ ਕਲਾਕਾਰ ਇਸ ਇੰਡਸਟਰੀ ਨੂੰ ਦਿੱਤੇ ਨੇ, ਜਿਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਮੈਨੂੰ ਪਹਿਲੀ ਵਾਰੀ ਉਹਨਾਂ ਨੇ ਜਸਵਿੰਦਰ ਭੱਲਾ ਭਾਈ ਦੇ ਬੇਟੇ ਪੁਖਰਾਜ ਦੀ ਲੋਹੜੀ ਤੇ ਸੁਣਿਆ ਤੇ ਮੈਂ ਉਦੋਂ ਉੱਥੇ ਗਾ ਰਿਹਾ ਸੀ ਪਰਿਵਾਰਕ ਫੈਮਿਲੀ ਫੰਕਸ਼ਨ ਦੇ ਵਿੱਚ ਤੇ ਉੱਥੇ ਮੈਨੂੰ ਉਹਨਾਂ ਨੇ ਕਾਰਡ ਦਿੱਤਾ ਤੇ ਉਹਨਾਂ ਦੀ ਇਹਨੀ ਇੱਕ ਪਾਰਖੂ ਅੱਖ ਨੇ ਮੈਨੂੰ ਪਰਖਿਆ ਤੇ ਮੈਨੂੰ ਉਹਨੇ ਮੇਰੀ ਕੈਸਟ ਰਿਕਾਰਡ ਕਰਕੇ ਮਾਰਕੀਟ ਦੇ ਵਿੱਚ ਰਿਲੀਜ਼ ਕੀਤੀ। ਤੇ ਜੇ ਮੈਂ ਕਹਾਂ ਅੱਜ ਜੋ ਕੁਝ ਵੀ ਆ ਮੈਂ ਘਮਾਣ ਸਾਹਿਬ ਕਰਕੇ ਆ, ਮੈਂ ਕੀ ਹਮੇਸ਼ਾ ਕਹਿਣਾ ਹੁੰਦਾ ਜੇ ਘਮਾਣ ਸਾਹਿਬ ਨਾ ਹੁੰਦੇ, ਮੈਨੂੰ ਭੱਲਾ ਭਾਈ ਦੇ ਘਰੇ ਨਾ ਸੁਣਦੇ, ਮੈਨੂੰ ਮਾਰਕੀਟ 'ਚ ਲਾਂਚ ਨਾ ਕਰਦੇ ਤਾਂ ਹੋ ਸਕਦਾ ਸੁਖਵਿੰਦਰ ਸੁਖੀ ਵੀ ਨਾ ਹੁੰਦਾ। ਸੋ ਮੇਰੇ ਵਰਗੇ ਬੜੇ ਕਲਾਕਾਰ ਨੂੰ ਉਹਨਾਂ ਨੇ ਮਾਰਕੀਟ 'ਚ ਭੇਜਿਆ ਤੇ ਮੈਂ ਉਹਨਾਂ ਨੂੰ ਗੁੱਡ ਵਿਸ਼ੇਸ ਦਿੰਦਾ, ਉਹਨੇ ਚੰਗੀ ਸਿਹਤ ਲੰਬੀ ਉਮਰ ਦੀ ਕਾਮਨਾ। ਕਲਮ ਉਡਾਰੀ ਭਰਨ ਲੱਗੀ ਜਦ ਜਨਮ ਗੀਤਾਂ ਦਾ ਹੋਇਆ ਸੁਪਨਿਆਂ ਵਾਲੀ ਨਗਰੀ ਦੇ ਵਿੱਚ ਮੈਂ ਵੀ ਆਣ ਖਲੋਇਆ ਸੁਪਨਿਆਂ ਵਾਲੀ ਨਗਰੀ ਦੇ ਵਿੱਚ ਮੈਂ ਵੀ ਆਣ ਖਲੋਇਆ ਮਜ਼ਾਕ ਦਾ ਪੱਤਰ ਬਣਿਆ ਬਹੁਤਾ ਕਿਸੇ ਨਾ ਵਾਜਿਆ ਗਾਣਾ ਜਦੋਂ ਮੈਂ ਪਿੰਡੋਂ ਤੁਰਿਆ ਲੋਕੋ ਮੈਂ ਸਾ ਬਹੁਤ ਨਿਆਣਾ ਨਾ ਮੈਂ ਗਿਆਨੀ ਨਾ ਮੈਂ ਧਿਆਨੀ ਨਾ ਮੈਂ ਬਹੁਤ ਸਿਆਣਾ ਜਦੋਂ ਮੈਂ ਪਿੰਡੋਂ ਤੁਰਿਆ ਲੋਕੋ ਮੈਂ ਸਾ ਬਹੁਤ ਨਿਆਣਾ।